ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 11 ਤਰੀਕ ਨੂੰ ਅਜੀਤ ਵਿੱਚ ਇੱਕ ਖਬਰ ਆਈ ਹੈ ਜੀ। ਇਹ ਖਬਰ ਤਾਂ 10 ਤਰੀਕ ਦੀ ਹੈ, ਪਰ 11 ਤਰੀਕ ਦੀ ਅਜੀਤ ਦੇ 3 ਨੰਬਰ ਪੰਨੇ ਤੇ ਹੈ। ਧਰਮ ਪ੍ਰਚਾਰ ਨੂੰ ਪ੍ਰਭਾਵੀ ਬਣਾਉਣ ਲਈ ਸੰਗਤੀ ਪੱਧਰ ਤੇ ਸੰਵਾਦ ਦਾ ਰਾਹ ਅਪਣਾਵਾਂਗੇ ਭਾਈ ਲੌਂਗੋਵਾਲ। ਤੇ ਅੱਗੇ ਖਬਰ ਇਸ ਤਰ੍ਹਾਂ ਹੈ ਜੀ। ਸ਼੍ਰੀ ਅਨੰਦਪੁਰ ਸਾਹਿਬ 10 ਜਨਵਰੀ ਅੱਜ ਇੱਥੇ ਖਾਲਸੇ ਦੇ ਜਨਮ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਪ੍ਰਚਾਰਕਾਂ, ਢਾਡੀ ਕਵਿਸ਼ਰਾਂ ਅਤੇ ਧਾਰਮਿਕ ਅਧਿਆਪਕਾਂ ਨਾਲ ਧਰਮ ਪ੍ਰਚਾਰ ਸੰਬੰਧੀ ਅਹਿਮ ਇਕੱਤਰਤਾ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਰਤਮਾਨ ਸਮੇਂ ਦੇ ਪ੍ਰਸੰਗ ਵਿੱਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪ੍ਰਚਾਰਕ ਸ਼੍ਰੇਣੀ ਨੂੰ ਰਵਾਇਤੀ ਪ੍ਰਚਾਰ ਤਰੀਕਿਆਂ ਵਿੱਚ ਤਬਦੀਲੀ ਕਰਨ ਅਤੇ ਜ਼ਮੀਨੀ ਪੱਧਰ ਤੇ ਸੰਗਤ ਨਾਲ ਰਾਬਤਾ ਬਣਾ ਕੇ ਸੰਵਾਦ ਰਚਾਉਣ ਦੀ ਲੋੜ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਪ੍ਰਚਾਰਕ ਸ਼੍ਰੇਣੀ ਦਾ ਵੱਡਮੁੱਲਾ ਯੋਗਦਾਨ ਹੈ ਅਤੇ ਪ੍ਰਚਾਰਕਾਂ ਨੂੰ ਵੀ ਹਰ ਵਿਸ਼ੇ ਤੇ ਮੁਕੰਮਲ ਗਿਆਨ ਪ੍ਰਾਪਤ ਕਰਕੇ ਹੀ ਸੰਗਤ ਤੱਕ ਪਹੁੰਚ ਕਰਨੀ ਚਾਹੀਦੀ ਹੈ, ਤਾਂ ਜੇ ਪ੍ਰਚਾਰ ਖੇਤਰ ਵਿੱਚ ਵਿਚਰਦਿਆਂ ਸਾਹਮਣੇ ਆਉਂਦੇ ਸਵਾਲਾਂ ਦਾ ਜਵਾਬ ਗੁਰਮਤਿ ਯੁਕਤ ਅਨੁਸਾਰ ਦਿੱਤਾ ਜਾ ਸਕੇ। ਇਸ ਮੌਕੇ ਭਾਈ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਤਿਆਰ ਕੀਤੇ ਗਏ ਨਵੇਂ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਵਰੇ ਧਰਮ ਪ੍ਰਚਾਰ ਲਹਿਰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੇਗੀ। ਇਸ ਲਹਿਰ ਦੀ ਆਰੰਭਤਾ 21 ਜਨਵਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਹੋਵੇਗੀ ਅਤੇ 28 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ, 11 ਫਰਵਰੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸਮਾਗਮ ਕੀਤੇ ਜਾਣਗੇ। तो ਇਹ ਜਿਹੜੀ ਖਬਰ ਆਈ ਹੈ ਇਹਦੇ ਪ੍ਰਤੀ ਸੱਚਖੋਜ ਅਕੈਡਮੀ ਦਾ ਜਾਂ ਤੁਹਾਡਾ ਕੀ ਜਿਹੜਾ ਪ੍ਰਤੀਕਰਨ ਹੈ ਵੀ ਇਹ ਜਿਹੜੀ ਖਬਰ ਇਹਨਾਂ ਨੇ ਪ੍ਰਚਾਰ ਦਾ ਇੱਕ ਤਰੀਕਾ ਬਦਲ ਕੇ ਪ੍ਰਚਾਰਕਾਂ ਨੂੰ ਹੋਰ ਜ਼ਿਆਦਾ ਗਿਆਨ ਪ੍ਰਾਪਤ ਕਰਨ ਦੀ ਗੱਲ ਕਹੀ ਹੈ, ਇਹਦੇ ਪ੍ਰਤੀ ਆਪਣਾ ਰਵੱਈਆ ਕੀ ਹੈ, ਆਪਾਂ ਇਸ ਪ੍ਰਤੀ ਕੀ ਸੋਚ ਰੱਖਣੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਇੱਕ ਗੱਲ ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਇਹਨਾਂ ਨੇ ਮੰਨ ਲਿਆ ਵੀ ਪਹਿਲਾ ਪ੍ਰਚਾਰ ਜਿਹੜਾ ਸਾਡਾ ਹੈਗਾ ਉਹ ਤਸੱਲੀ ਬਖਸ਼ ਨਹੀਂ, ਤਸੱਲੀ ਕਰਾਉਣ ਵਾਲਾ ਨਹੀਂ ਹੈ, ਯਾਨੀ ਗੁਰਮਤਿ ਦਾ ਸਹੀ ਪ੍ਰਚਾਰ ਨਹੀਂ, ਐ ਕਹਿ ਲੋ। ਹੁਣ ਸਹੀ ਜੇ ਹੈ ਨਹੀਂ, ਉਹ ਸਹੀ ਆਊ ਕਿੱਥੋਂ? ਹੁਣ ਕਿਵੇਂ ਸਹੀ ਹੋ ਜੂ? ਪਹਿਲਾਂ ਸਹੀ ਕਿਉਂ ਨਹੀਂ ਸੀ? ਇਹਦੀ ਪੌਣ ਛਾਣ ਕਰ ਲਈ, ਇਹਦੀ ਸਟੱਡੀ ਕਰ ਲਈ ਜਾਂ ਕਰਨੀ ਆ, ਜਾਂ ਵੈਸੇ ਗੋਂਗਲੂਆਂ ਤੋਂ ਮਿੱਟੀ ਲਾਉਣੀ ਆ? ਐਦਾਂ ਨਹੀਂ ਸਰਨਾ ਚਾਹੀਦਾ। ਇਹ ਸੀਗਾ ਕਿ ਇਹ ਇੰਟੈਲੈਕਚੁਅਲ ਬੰਦੇ ਇਕੱਠੇ ਕਰਨ, ਪਹਿਲਾਂ ਦੇਖਣ ਵੀ ਪ੍ਰਚਾਰ ਜੇ ਸਹੀ ਨਹੀਂ ਉਹ ਤਾਂ ਗਲਤੀ ਕਿੱਥੇ ਹੈ, ਉਹ ਗਲਤੀ ਨੂੰ ਦੁਰਸਤ ਕੀਤਾ ਜਾਵੇ, ਫਿਰ ਉਹ ਪ੍ਰਚਾਰਕਾਂ ਨੂੰ ਦੱਸਿਆ ਜਾਵੇ। ਐਦਾਂ ਹੀ ਥੋੜੀ ਹੋ ਜਾਊਗਾ ਵੀ ਪ੍ਰਚਾਰਕ ਪ੍ਰਚਾਰ ਸਹੀ ਕਰਨ। ਇਹ ਤਾਂ ਟੋਭੇ ਚਿੱਟ ਮਾਰਤੀ। ਇਹ ਏਦਾਂ ਦੇ ਬਥੇਰੇ ਬਿਆਨ ਰੋਜ਼ ਦਿੰਦੇ ਨੇ। ਚੰਗੀ ਗੱਲ ਹੈ, ਪ੍ਰਚਾਰ ਹੋਣਾ ਚਾਹੀਦਾ, ਅਸੀਂ ਨਾਲ ਸਹਿਮਤ ਹਾਂ। ਜੇ ਤੁਹਾਡੇ ਕੋਲ ਪ੍ਰਚਾਰ ਸਹੀ ਹੋਇਆ ਨਹੀਂ, ਹਾਲ ਤੱਕ ਕਿਉਂ ਨਹੀਂ ਹੋਇਆ, ਇਹਦਾ ਜਵਾਬ ਵੀ ਤਾਂ ਦਿਓ। ਹੁਣ ਕਿਵੇਂ ਹੋ ਜਾਊਗਾ? ਕਿਵੇਂ ਵਿਸ਼ਵਾਸ ਕਰ ਲਈਏ ਤੁਹਾਡੇ ਇਸ ਬਿਆਨ ਤੇ ਅਸੀਂ?
ਹੁਣ ਕਿਹੜੇ ਟੀਕੇ ਨੇ ਤੁਸੀਂ ਜਿਹੜੇ ਲਾ ਦੋਗੇ ਪ੍ਰਚਾਰਕਾਂ ਦੇ? ਕਿਹੜੇ ਕੈਪਸੂਲ ਖਿਲਾ ਦੋਗੇ ਢਾਡੀਆਂ ਨੂੰ? ਉਹ ਤਾਂ ਉਹੀ ਜੋ ਕੋ ਤੁਹਾਡੇ ਛਾਪੇ ਹੋਏ ਨੇ, ਪ੍ਰਵਾਨਿਤ ਕੀਤੇ ਹੋਏ ਨੇ ਗ੍ਰੰਥ, ਉਹਨਾਂ ਦੇ ਵਿੱਚੋਂ ਹੀ ਵਿਚਾਰੇ ਇਤਿਹਾਸ 'ਚ ਉਹੀ ਸੁਣਾ ਰਹੇ ਨੇ। ਤੁਸੀਂ ਨਵਾਂ ਦਿਓ ਉਹਨਾਂ ਨੂੰ, ਨਵੇਂ ਪ੍ਰਚਾਰਕ ਤਿਆਰ ਕਰੋ। ਹਾਂ, ਜਾਂ ਫਿਰ ਪ੍ਰਚਾਰਕਾਂ ਦੀ ਡਿਬੇਟ ਕਰਾਓ, ਪ੍ਰਚਾਰਕਾਂ ਦਾ ਹੀ ਪਹਿਲਾਂ ਕਰਾਓ, ਪ੍ਰਚਾਰ ਬੰਦ ਕਰੋ, ਪ੍ਰਚਾਰ ਬੰਦ ਕਰੋ। ਚਾਰਾਂ ਸਥਾਨਾਂ ਤੇ, ਜਿਵੇਂ ਫਤਿਹਗੜ੍ਹ ਸਾਹਿਬ ਹੈ, ਹੋਰ ਵੱਡੇ ਵੱਡੇ ਸਥਾਨਾਂ ਤੇ ਪ੍ਰਚਾਰਕ ਇਕੱਠੇ ਕਰਕੇ, ਹੋਰ ਜਿਹੜੇ ਵਿਦਵਾਨ ਇਕੱਠੇ ਕਰਕੇ ਉੱਥੇ ਡਿਸਕਸ ਕਰੋ ਵੀ ਪ੍ਰਚਾਰ ਸਹੀ ਕੀ ਹੈ, ਗਲਤ ਦੇ ਰੌਲੇ ਨੂੰ ਵੀ ਕੀ ਕਰਨਾ ਚਾਹੀਦਾ। ਜਿਹੜਾ ਅਸੀਂ ਕਰ ਰਹੇ ਹਾਂ ਉੱਥੇ ਕਿੱਥੇ ਗਲਤੀ ਸੀ, ਪਹਿਲਾਂ ਇਹ ਤਾਂ ਕਰ ਲਓ, ਪਹਿਲਾਂ ਹੀ ਤੁਰ ਪਏ। ਫਿਰ ਕੀ ਸਬੂਤ ਆ ਤੁਹਾਡੇ ਕੋਲ ਸਹੀ ਕਰੋਗੇ? ਏਦਾਂ ਨਹੀਂ ਚੱਲਣੀ ਗੱਡੀ ਹੁਣ। ਗੋਂਗਲੋਂ ਤੋਂ ਮਿੱਟੀ ਲਾਹੇ ਤਾਂ ਨਹੀਂ ਸਰਨਾ ਹੈ, ਠੋਸ ਕੁਝ ਕਰਨਾ ਪਊਗਾ। ਧਰਮ ਇੱਕ ਹੈ। ਤੁਸੀਂ ਇਹੋ ਜਿਹਾ ਪ੍ਰਚਾਰ ਕਰੋ ਜਿਹਦੇ ਨਾਲ ਜਿਹੜੇ ਦੁਨੀਆ ਦੇ ਹਿੰਦੂ ਨੇ ਉਹ ਜਿਸ ਧਰਮ ਨੂੰ ਐਡਮਿਟ ਕਰਨ, ਉਹ ਪ੍ਰਚਾਰ ਕਰੋ, ਗੁਰਮਤਿ ਦੇ ਅਰਥ ਕਰੋ। ਹਿੰਦੂਆਂ ਨੂੰ ਐਡਮਿਟ ਕਰਨੇ ਪੈਣ, ਕੋਈ ਉਹਨਾਂ ਕੋਲ ਜਗ੍ਹਾ ਹੀ ਨਾ ਰਹੇ, ਮੂਰਤੀ ਪੂਜਾ ਦੀ ਉਹ 'ਚ ਕੋਈ ਗੁੰਜਾਇਸ਼ ਨਾ ਰਹੇ, ਪੁੰਨ ਪਾਪ ਉਹਦੇ ਨੇੜੇ ਵੀ ਨਾ ਆਵੇ। ਤੁਸੀਂ ਕਿਵੇਂ ਕਰ ਦੋਗੇ? ਤੁਸੀਂ ਤਾਂ ਪੁੰਨ ਪਾਪ, ਕੀ ਪੁੰਨ ਪਾਪ ਨੂੰ ਤੁਸੀਂ ਮੰਨਦੇ ਹੋ ਨਹੀਂ ਮੰਨਦੇ? ਪਹਿਲਾਂ ਇਹ ਦੱਸੋ। ਚਾਰ ਵਰਣ ਤੁਸੀਂ ਮੰਨੇ ਨੇ, ਚਾਰ ਰਸਤੇ ਕਹਿੰਦੇ ਹੋ ਰੱਖੇ ਨੇ, ਝੂਠ ਹੈ। ਗੁਰਬਾਣੀ ਚਾਰ ਵਰਣ ਨੂੰ ਮੰਨਦੀ ਨਹੀਂ, ਨਾ ਇਸ ਕਰਕੇ ਚਾਰ ਦਰਵਾਜ਼ੇ ਨੇ, ਚਾਰ ਵਰਣਾਂ ਕਰਕੇ। ਤੁਸੀਂ ਕੋਲੋਂ ਕਿਉਂ ਇਹੋ ਜਿਹੀਆਂ ਗੱਲਾਂ ਜੋੜਦੇ ਹੋ? ਕਿੱਥੇ ਤੁਹਾਡੇ ਕੋਲ ਇਹ ਲਿਖਿਆ ਹੋਇਆ? ਕਿਹੜੇ ਗੁਰੂ ਨੇ ਕਿਹਾ ਗੁਰਬਾਣੀ 'ਚ ਇਹ ਗੱਲ? ਪ੍ਰਚਾਰ ਦਾ ਤੁਹਾਡਾ ਆਪਣਾ ਬਣਾਇਆ ਹੈ ਸਾਰਾ। ਇਸ ਕਾਸ ਕਰ ਲਓ ਜੇ ਤੁਸੀਂ ਕਰਨਾ ਚਾਹੁੰਦੇ ਹੋ, ਨਹੀਂ ਤਾਂ ਹੋ ਹੀ ਜਾਂਦਾ ਪ੍ਰਚਾਰ ਤਾਂ ਇੰਟਰਨੈਟ ਤੇ। ਤੁਸੀਂ ਰੋਕ ਕੇ ਦਿਖਾ ਦਿਓ, ਤੁਹਾਡੇ ਬਾਅਦ ਤਾਂ ਨਹੀਂ ਰੋਕਣਾ ਹੋਣਾ ਹੈਗਾ। ਜੇ ਇਮਾਨਦਾਰੀ ਹੈ ਤਾਂ ਇਮਾਨਦਾਰ ਵਾਲਾ ਕੰਮ ਕਰੋ, ਇਮਾਨਦਾਰੀ ਨਾਲ ਕਰੋ। ਅਸੀਂ ਤੁਹਾਡੇ ਨਾਲ, ਸਾਨੂੰ ਤਾਂ ਇਹੀ ਹੈ ਵੀ ਹੋਣਾ ਚਾਹੀਦਾ। ਜੋ ਕਹੋ ਉਹ ਕਰੋ, ਇਮਾਨਦਾਰੀ ਨਾਲ ਕਹੋ, ਜੋ ਕਹੋ ਉਹ ਕਰੋ। ਪਰ ਸਿਆਸਤਦਾਨ ਨਹੀਂ ਕਰ ਸਕਦੇ ਕੰਮ। ਧਰਮ ਔਰ ਸਿਆਸਤ ਅੱਡ ਹੋਊਗੀ, ਕੋਈ ਦੁਨੀਆ ਦੀ ਤਾਕਤ ਇਹਨੂੰ ਇਕੱਠਾ ਨਹੀਂ ਰੱਖ ਸਕਦੀ। ਹੁਣ ਤੁਸੀਂ ਬਲੈਕਮੇਲ ਹੁਣ ਤੇ ਹੀ ਕਰ ਲਿਆ, ਅੱਗੇ ਨਹੀਂ ਹੋਣਾ ਹੈਗਾ। ਹੋਣਾ ਬੰਦ ਹੈ। ਧਰਮ ਪ੍ਰਚਾਰ ਧਾਰਮਿਕ ਆਦਮੀ ਕਰਨ, ਸਿਆਸਤ ਗੋਲਕ ਤੱਕੇ ਰਹੇ, ਗੋਲਕ ਤੋਂ ਗਾਹਾਂ ਨਾ ਜਾਵੇ ਸਿਆਸਤ। ਗੋਲਕ ਤੋਂ ਗਾਹਾਂ ਨਹੀਂ ਜਾ ਸਕਦੀ ਸਿਆਸਤ, ਲੰਗਰ 'ਚ ਵੀ ਨਹੀਂ ਵੜ ਸਕਦੀ ਸਿਆਸਤ ਜਾ ਕੇ। ਗੋਲਕ ਤੱਕ ਵੀ ਇਹੀ ਸਿਆਸਤ ਰਹੇ ਬਈ ਜੇ ਤੁਸੀਂ ਇਲੈਕਸ਼ਨ ਲੜਨਾ, ਬਲ ਤਾਂ ਲੜਨਾ ਚਾਹੀਦਾ ਨਹੀਂ। ਇਹ ਵੀ ਗੁਰਮਤਿ ਤੋਂ ਖਿਲਾਫ ਹੈ। ਸਿਲੈਕਸ਼ਨ ਹੋਣੀ ਚਾਹੀਦੀ ਹੈ, ਇਲੈਕਸ਼ਨ ਹੋਣਾ ਨਹੀਂ ਚਾਹੀਦਾ। ਸੇਵਾ ਸਮਝ ਕੇ ਹੀ ਕਰਨਾ ਚਾਹੀਦਾ ਸਭ ਕੁਝ। ਜੇ ਸਿੱਖ ਨਾ ਸੇਵਾ ਕਰੂ, ਸੇਵਾ ਹੋਰ ਕੌਣ ਕਰੂ? ਕੋਈ ਮੁਲਾਜ਼ਮ ਚਾਹੀਦਾ ਹੀ ਨਹੀਂ, ਸੇਵਾ ਹੀ ਚਾਹੀਦੀ ਹੈ। ਜੇ ਸਿੱਖ ਹੈ ਮੁਲਾਜ਼ਮ, ਜਿਹੜਾ ਗੈਰ ਸਿੱਖ ਹੈ ਉਹ ਤਾਂ ਨੌਕਰੀ ਕਰ ਸਕਦਾ। ਗੁਰਸਿੱਖ ਦਾ ਮਾਲਕ ਹੈ ਘਰ ਦਾ, ਉਹਦੀ ਪੋਜੀਸ਼ਨ ਹੋਰ ਹੈ, ਮਾਲਕ ਦੀ ਉਹਦੀ ਹੋਰ ਹੈ। ਐਡਮਿਟ ਕਰ ਲਿਆ ਤੁਸੀਂ ਇਹ, ਫਿਰ ਘਰ ਘਰ ਪ੍ਰਚਾਰ ਪਹੁੰਚਾਉਣਾ ਚੰਗੀ ਗੱਲ ਹੈ, ਬਹੁਤ ਸ਼ੁਭ ਖਿਆਲ ਹੈ। ਕੋਈ ਇਹਦੇ ਸਾਡੀ ਇਹ ਤੇ ਉਲਟੀ ਰਾਏ ਕੋਈ ਵੀ ਨਹੀਂ। ਪਰ ਕੀ ਇਮਾਨਦਾਰੀ ਨਾਲ ਪਹੁੰਚਾਉਣਾ ਵੀ ਹੈ? ਇਹ ਸਪੋਕਸਮੈਨ ਵਾਲੀ ਗੱਲ ਹੈ, ਘਰ ਘਰ ਪਹੁੰਚਾਉਣਾ। ਉਹ ਵੀ ਕਹਿੰਦਾ, ਤੁਸੀਂ ਵੀ ਉਹੀ ਕਹਿਤਾ ਪਹੁੰਚਾਉਣਾ। ਉਹਨੇ ਤਾਂ ਪਹੁੰਚਾਇਆ ਨਹੀਂ, ਨਾ ਪਹੁੰਚਾਉਣਾ। ਤੁਹਾਡਾ ਮੈਂ ਕਹਿ ਨਹੀਂ ਸਕਦਾ ਪਹੁੰਚਾਉਣਾ, ਕਿਉਂ? ਇੰਨੀ ਸ਼ੰਕਾ ਵੀ ਨਹੀਂ ਕੀਤੀ ਜਾ ਸਕਦੀ ਗੱਲ ਤੇ। ਇਹ ਵੀ ਨਹੀਂ ਕਹਿ ਸਕਦੇ ਅਸੀਂ ਵੀ ਤੁਸੀਂ ਇਮਾਨਦਾਰੀ ਨਾਲ ਨਹੀਂ ਕਹਿੰਦੇ। ਪਰ ਇਮਾਨਦਾਰੀ ਜ਼ਿਆਦਾ ਜਾਂ ਕਰੋਗੇ, ਕਰੋ, ਸਵਾਗਤ ਕਰਾਂਗੇ ਅਸੀਂ।
ਹੁਣ ਵੀ ਕਰਦੇ ਹਾਂ, ਸਹਿਯੋਗ ਕਰਾਂਗੇ, ਬਿਨਾਂ ਕੋਈ ਖਰਚਾ ਲਏ ਕਰਾਂਗੇ, ਖਰਚਾ ਅਸੀਂ ਆਪਣਾ ਕਰਾਂਗੇ। ਸਿਰਫ ਲੰਗਰ ਦਾ ਪ੍ਰਸ਼ਾਦਾ ਛਕ ਕੇ ਗੁਰੂ ਕੇ ਲੰਗਰ ਦਾ ਹੀ ਕਰਾਂਗੇ ਕੰਮ, ਅਸੀਂ ਸੇਵਾ ਕਰਾਂਗੇ ਨਾਲ। ਤੁਸੀਂ ਇਹ ਕੰਮ ਕਰੋ। ਪ੍ਰਚਾਰ ਵੀ ਸਹਿਯੋਗ ਦੀ ਸਾਨੂੰ ਨਹੀਂ ਲੋੜ। ਗੋਲਕ ਤੇ ਤੁਸੀਂ ਭਾਈ ਇਲੈਕਸ਼ਨ ਨਾ ਕਰਨਾ, ਉਹ ਕਰ ਲਓ, ਨਾ ਕਰ, ਜੇ ਇਹ ਤੁਹਾਡੀ ਆਪਣੀ ਸਲਾਹ ਹੈ, ਸੰਗਤ ਦੀ ਸਲਾਹ ਹੈ। ਜੇ ਉਹ ਕਰਨਾ ਉਹ ਕਰ ਲਓ। ਗੋਲਕ ਤੇ ਗਾਹਾਂ ਨਾ ਜਾਣ ਜਾਓ ਇਲੈਕਸ਼ਨ ਵਗੈਰਾ, ਥੱਲੇ ਥੱਲੇ ਰੱਖੋ ਇਹਨੂੰ, ਪ੍ਰਬੰਧ ਤਹੀਂ ਤਾਂ ਰੱਖ ਲਓ, ਪਰ ਪ੍ਰਚਾਰ ਚ ਨਾ ਬਣਨ ਦਿਓ ਇਹਨੂੰ। ਪ੍ਰਚਾਰ ਗੁਰੂ ਦਾ ਹੀ ਹੋਵੇ। ਹੁਣ ਤਾਂ ਪ੍ਰਬੰਧ ਵਿੱਚ ਵੀ ਗੁਰੂ ਦਾ ਹੀ, ਗੁਰਮਤਿ ਦਾ ਹੀ ਪ੍ਰਭਾਵ ਹੋਣਾ, ਉਹਦੇ ਪ੍ਰਭਾਵ ਥੱਲੇ ਹੀ ਚਾਹੀਦਾ ਹੋਣਾ। ਚਲੋ ਉਹਦੇ ਤੇ ਅਸੀਂ ਬਹੁਤਾ ਜ਼ੋਰ ਨਹੀਂ ਦਿੰਦੇ। ਪਿਛਲੀਆਂ ਖਾਮੀਆਂ ਕੀ ਸੀਆਂ, ਕਿਉਂ ਇਹ ਪ੍ਰਚਾਰ ਨਹੀਂ ਹੋਇਆ, ਉਹਦੇ ਕਾਰਨ ਲੱਭੋ ਪਹਿਲਾਂ। ਉਹ ਬੈਠੋ ਸਾਰੇ, ਫਿਰ ਇੱਕ ਥਿੰਕ ਟੈਂਕ ਬਣਾਓ ਸਿੱਖੀ ਦਾ, ਉਹ ਦੱਸੇ ਪ੍ਰਚਾਰ ਕੀ ਹੋਊਗਾ। ਆ ਤੁਹਾਡੇ ਬਲੈਕਮੇਲਿੰਗ ਨਹੀਂ ਚੱਲਣ ਦੇਣੀ ਹੁਣ ਕਿਸੇ ਨੇ, ਵੀ ਤੁਸੀਂ ਜੋ ਮਰਜ਼ੀ ਬੋਲਤਾ। ਬਹੁਤ ਤੇਜ਼ ਨੇ ਤੁਹਾਡੇ ਲੋਕ, ਤੇਜ਼ ਤਾਂ ਬਹੁਤ ਨੇ, ਪਰ ਤੁਸੀਂ ਤਾਂ ਹੁਣ ਆਇਆ ਨਾ, ਤੁਹਾਡੀ ਤਾਂ ਮਜਬੂਰੀ ਹੈ ਗੋਲ ਖਾਤਰ। ਇਹ ਨਹੀਂ ਚੱਲਣੀ ਹੁਣ ਬਿਲਕੁਲ ਵੀ, ਕਿਸੇ ਕੀਮਤ ਨਹੀਂ ਚੱਲਣੀ। ਚੱਲਣੀ ਵੀ ਨਹੀਂ ਚਾਹੀਦੀ, ਹੁਣ ਹੱਦ ਹੋ ਗਈ। ਜਦ ਤਾਂ ਆਉਂਦੀ ਹੈ ਗੱਲ ਸਿੱਖੀ ਦੀ, ਫਿਰ ਤਾਂ ਤੁਸੀਂ ਮੰਨ ਜਾਂਦੇ ਹੋ ਹਾਈ ਕੋਰਟ 'ਚ ਵੀ ਸਿੱਖ ਹੈ ਹੀ ਨਹੀਂ ਉਹ ਜਿਹੋ ਜਿਹਾ ਚਾਹੀਦਾ। ਤੇ ਜਦ ਗੋਲਕ ਦੇ ਪੈਸਿਆਂ ਨਾਲ ਤੁਸੀਂ ਸਕੂਲ ਕਾਲਜ ਬਣਾਉਣੇ, ਉੱਥੇ ਸਿੱਖੀ ਦੇ ਲਾਹਾ ਲੈਣੇ, ਉੱਥੇ ਕਾਹਤੇ ਲੈਣੇ ਹੋ ਵੀ ਲਾਹਾ, ਜੇ ਸਿੱਖ ਹੀ ਨਹੀਂ ਕੋਈ, ਸਾਰਿਆਂ ਨੂੰ ਇੱਕੋ ਜਿਹਾ, ਉੱਥੇ ਕਿਉਂ ਨਹੀਂ? ਜਦ ਸਿੱਖੇ ਕੋਈ ਹੈ ਨਹੀਂ, ਦਾੜੀ ਕੈਸ ਵਾਲਾ ਸਿੱਖ ਹੁੰਦਾ, ਗੱਲ ਨਹੀਂ ਮੰਨਣੀ ਕਿਸੇ ਨੇ ਤੁਹਾਡੀ, ਇਹ ਨਹੀਂ ਮੰਨਣੀ। ਇਹ ਗੁਰਮਤਿ ਅਨੁਸਾਰ ਹੈ ਨਹੀਂ ਤਾਂ ਨਹੀਂ ਮੰਨਣੀ ਕਿਸੇ ਨੇ। ਬਾਹਮਣ ਦਾ ਵੀ ਸਿੱਖ ਹੈ, ਜਿਹੜਾ ਪੰਡਤ ਨੂੰ ਗੁਰੂ ਮੰਨਦਾ ਉਹ ਵੀ ਸਿੱਖ ਹੈ, ਉਹਨੂੰ ਵੀ ਸਿੱਖ ਮੰਨਦੀ ਹੈ ਗੁਰਬਾਣੀ। ਜਿਹੜਾ ਗੋਰਖਨਾਥ ਨੂੰ ਗੁਰੂ ਮੰਨਦਾ ਉਹ ਵੀ ਸਿੱਖ ਮੰਨਦੀ ਹੈ ਗੁਰਬਾਣੀ। ਜਰਾ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਦੇਖੋ ਕੀ ਹੈ ਉੱਥੇ ਲਿਖਿਆ ਹੋਇਆ। ਤੁਸੀਂ ਸਿੱਖ ਕਹਾਂਗੇ ਆਪਣੇ ਆਪ ਨੂੰ, ਜੇ ਗੁਰਸਿੱਖ ਹੁੰਦਾ ਤੁਹਾਡੇ ਐਕਟ ਦੇ ਵਿੱਚ ਤਾਂ ਤੁਹਾਡੇ ਤੋਂ ਸਿੱਖ ਵਾਲਾ ਉਹ ਦਫਾ ਨਹੀਂ ਸੀ ਲਾਗੂ ਹੋਣੀ। ਗੁਰਸਿੱਖ ਔਰ ਸਿੱਖ ਦੇ ਵਿੱਚ ਫਰਕ ਹੈ ਔਰ ਰਹੂਗਾ। ਇਹ ਗੁਰਸਿੱਖ ਦਾ ਗੁਰੂ ਘਰ ਨਾਲ ਰਿਸ਼ਤਾ ਹੈ, ਸਿੱਖ ਦਾ ਜ਼ਰੂਰੀ ਨਹੀਂ ਹੈ ਵੀ ਰਿਸ਼ਤਾ ਹੋਵੇ। ਜਿਹੜੇ ਸਿੱਖ ਸੀ ਸ੍ਰੀ ਚੰਦ ਦੇ, ਜਿਹੜੇ ਸਿੱਖ ਸੀ ਰਾਮ ਰਾਏ ਦੇ, ਜਿਹੜੇ ਸਿੱਖ ਸੀ ਧੀਰਮਲ ਦੇ ਮੀਣਿਆਂ ਜਿਹਨੂੰ ਨੂੰ ਕਹਿੰਦੇ ਨੇ, ਜਿਹੜੇ ਸਿੱਖ ਨੇ ਸੰਤਾਂ ਦੇ ਚੇਲੇ ਨੇ, ਜਾਂ ਸ੍ਰੀ ਚੰਦ ਕੇ ਨੇ, ਉਹ ਗੁਰਸਿੱਖ ਨਹੀਂ ਹੁਣ। ਉਹ ਗੁਰਸਿੱਖਾਂ ਚੋਂ ਖਾਲਸਾ ਤਿਆਰ ਕੀਤਾ ਸੀ। ਉਹਨਾਂ ਨੂੰ ਕਿਹਾ ਸੀ ਕਿ ਇਹਨਾਂ ਮੀਣਿਆਂ ਮਸੰਦਾ ਨਾ, ਧੀਰਮਲੀਏ ਰਾਮ ਰਈਆਂ ਨਾ, ਖਾਲਸਾ ਮੇਲ ਨਹੀਂ ਕਰੂਗਾ, ਕੁੜੀ ਮਾਰਾ ਨਾ, ਜੋ ਵੀ ਕੁਛ ਹੈ। ਤੁਸੀਂ ਉਹ ਰਹਿਤ ਚੋਂ ਕੱਢ ਦਿੱਤਾ। ਸਾਡੀ ਹੋਰ ਹੈ, ਤੁਹਾਡੀ ਹੋਰ ਹੈ। ਗੁਰਮਤਿ ਦੇ ਪ੍ਰਚਾਰ ਦਾ ਤਾਂ ਤੁਹਾਨੂੰ ਕਦੇ ਕਿਹਾ ਹੀ ਨਹੀਂ ਸੀ ਅਸੀਂ ਵੀ ਤੁਸੀਂ ਕਰ ਸਕਦੇ ਹੋ। ਉਹ ਤਾਂ ਹੁਣ ਅਸੀਂ ਸ਼ੁਰੂ ਕਰੇ ਦੇਣੀ ਹੈ, ਤੁਸੀਂ ਨਾ ਕਰੋ, ਅਸੀਂ ਕਰ ਦਾਂਗੇ। ਸਾਨੂੰ ਕੋਈ ਰੋਕ ਦੂ ਕਰਨ ਤੇ? ਉਹ ਢੱਡਰੀ ਵਾਲਾ ਕਰਦਾ, ਅਸੀਂ ਨਹੀਂ ਕਰ ਸਕਦੇ। ਢੱਡਰੀ ਵਾਲਾ ਵੀ ਬਹਿ ਜਾਊਗਾ ਟੇਕੇ ਘਰ, ਤੁਹਾਨੂੰ ਤਾਂ ਨਹੀਂ ਬਿਠਾਉਣਾ ਆਉਂਦਾ, ਅਸੀਂ ਬਿਠਾ ਦਾਂਗੇ, ਆਪੇ ਬਹਿ ਜਾਊਗਾ। ਯਾਰ ਤਾਂ ਗੁਰੂ ਵਾਲਾ ਪ੍ਰਚਾਰ ਕਰੂਗਾ, ਨਹੀਂ ਬਹਿ ਜਾਊਗਾ। ਕੋਈ ਕਰੇ ਗੁਰੂ ਵਾਲਾ ਪ੍ਰਚਾਰ, ਕੌਣ ਹਟਾ ਦੂਗਾ? ਗੁਰੂ ਦੇ ਨਾਂ ਤੇ ਕੋਈ ਹੋਰ ਪ੍ਰਚਾਰ ਕਰੂਗਾ, ਸੰਗਤ ਉਹਨੂੰ ਆਪੇ ਰੋਕੂਗੀ।
सवाल पूछूगी आपे हट जूगा। लड़न की लोड़ नहीं है। ਉਹਦੇ ਮੁਕਾਬਲੇ ਤੁਸੀਂ ਆਪਣੀ ਲਕੀਰ ਖਿੱਚੋ ਵੱਡੀ। ਸੰਗਤ ਆਪੇ ਦੱਸ ਦੂ ਕੌਣ ਗਲਤ ਹੈ ਕੌਣ ਠੀਕ ਹੈ। फैसला संगत करूगी, श्रोमणी कमेटी नहीं कर सकती। संगत तो बड़ी नहीं है श्रोमणी कमेटी। फिर तो श्रोमणी कमेटी है ही महज पंजाब की या हरियाणे की, हिमाचल की। बाकी ਜਿਹੜੇ सिख कांग्रेस ਦੇ ਵਿੱਚ ਨੇ ਤੁਸੀਂ ਤਾਂ ਉਹਨੂੰ सिख ਮੰਨਦੇ ही नहीं। बाकी दिल्ली वाले कदे थोड़े नाल ने कदे नहीं। ਜਿਹੜੇ बाहर ने ਉਹ ਇਹ ਸੰਗਤ ਉਹ ਬਣਨੀ ਚਾਹੀਦੀ ਹੈ ਜਿਹੜੀ ਸਾਰੀ ਵਰਲਡ ਨੂੰ ਰਿਪਰੈਜ਼ੈਂਟ ਕਰੇ। ਤੁਸੀਂ ਮੋਨੋਪੋਲੀ ਆਪਣੀ ਖਤਮ ਸਮਝੋ ਹੁਣ, ਨਹੀਂ ਤਾਂ ਖਾਲਸਾ ਆਪਣੇ ਹੱਥੋਂ ਸਭ ਕੁਝ ਲੈ ਲੂਗਾ। ਇਹ ਭੁਲੇਖੇ ਚੱਲ ਰਹੇ ਹੋ। ਜੇ ਤੁਹਾਨੂੰ ਚਾਬੀਆਂ ਦਵਾਤੀਆਂ ਫਿਰ ਕੀ ਹੋ ਗਿਆ? ਲਈਆਂ ਵੀ ਜਾ ਸਕਦੀਆਂ ਨੇ ਜੇ ਦਵਾਤੀਆਂ, ਕਾਨੂੰਨ ਨਾਲੇ ਲਈਆਂ ਜਾ ਸਕਦੀਆਂ ਨੇ। संगत है, संगत बड़ी है, समुंदर है संगत। जे नहीं गुरु की गल करोगे, गुरु का प्रचार करोगे, संगत फिर सारे जानते ही ने संगत की होंगी है, कहने की लोड़ ही नहीं। संगत इलाज कर दी होंगी है, कर दूगी, जागरूक हो रही है संगत। पर जे ईमानदारी ना करते हो, शाबाशे कहांगे, धन भाग ने, फिर तुसी घर नूं मुड़ आए। पर अड़े सो झड़े है। जे अड़ गए, जड़ा अड़ जूगा वो झड़ जूगा, जड़ा शरण आ जू गुरु दी तर जूगा। तरन वाले पासे जाओगे, जाना चाहिए सानू। असी तो यही आस करांगे। प्रचार ठीक नहीं है, तुसी मान लिया, धन भाग जे तुसीं मान लिया, चंगी गल है, शाबाश है। पर हुण आपां सारे बैठ के विचार करके, वो सारी दुनिया ने मान ली सिक्खी कि वो तमाशा दिखाने लोगों नूं बह के एक थों जिवें हुक्म है गुरसिख बैठो सभा विछाई, वो काम तुसीं ਉਹ ਗੱਲ ਦਾ ਇਸ਼ਾਰਾ ਮਿਲਦਾ ਇਹਦੇ ਵਿੱਚੋਂ ਜੋ ਤੁਸੀਂ ਕਹਿ ਰਹੇ ਹੋ ਸਭਾ ਵਿਛਾ ਕੇ ਬੈਠਣ ਦਾ। ਜੇ ਤੁਹਾਡਾ ਪ੍ਰੋਗਰਾਮ ਹੈ ਸਾਨੂੰ ਬਹੁਤ ਖੁਸ਼ੀ ਹੈ ਇਹਦੇ ਵਿੱਚ, ਹਮਦਰਦੀ ਵੀ ਹੈ ਤੁਹਾਡੇ ਨਾਲ। ਸੁਬਹ ਦਾ ਬੋਲਿਆ ਸ਼ਾਮ ਨੂੰ ਘਰ ਆ ਜਾ, ਭੁੱਲਿਆ ਕਾਹਦਾ ਹੈ ਉਹ, ਚੰਗੀ ਗੱਲ ਹੈ। ਹੋਰ ਜ਼ਿਆਦਾ ਤਮਾਸ਼ਾ ਨਾ ਦਿਖਾ ਲਈਏ ਲੋਕਾਂ ਨੂੰ। वही है काम बगाड़े अपना जग में होता हंसाए। जग तो हंसदा हुंदा, काम साडा अपना बिगड़ूगा। ये काम ना करिए, बहुत कर लिया असीं है। ये छड़ दो गल्लां पीरी मीरी अरे वो जो तुसीं पहाड़वाद बनाया ना अपने लैवल ते ही, इन छड़ दो, भुल जाओ। वो राह चंगा नहीं है। मिसला वालियां ने राज लिया सी, सिक्खी छड्ड के लिया सी। जद तो ही सिक्खी कमजोर होने लगी हो, या जद तो राज करेगा खालसा ने लाता बंदे बहादुर ने। वो तो दुश्मन सी सिक्खी दा, तुसीं ओहदे दिन मनाउने हो। किड्डा किल खड़ा है, सिर ते टोप है, फिर भी उहनूं खालसा मन्नी जाने हो। इहदे पिछे है की? थोड़े दिल च की है? उत्थे शक पै जांदी है जाके। जद श्री चंद भी मनाई जाने हो तुसीं, जिहड़ा सिक्खी दा विरोधी है। उन्हां लोकां नूं इंपोर्टेंस जो ज़्यादा दे रहे हो तुसीं, जिन्हां ने सिक्खी दे बूटे दीआं जड़ां च तेल पाया है, सिक्खी दे बाग नूं नुकसान पहुंचाया है। उन्हां दे जो जिहड़े तुसीं मना रहे हो अंदर, जिहड़े तुहाडे ओह हैगा, सानूं लगदा उत्थों शक पैंदी है सानूं तुहाडे ते। अंदरों साफ नहीं तुहाडा मन है। स्पष्ट करना पऊगा, सच नूं स्वीकार करना पऊगा। जे गुरसिੱਖੀ नूं घर घर पहुंचाउणा, जिहड़े आदमी सच नूं स्वीकार नहीं करनगे, वो सच दा उपदेश, सच दा प्रचार करे ही नहीं सकते।
ਸੱਚ ਨੂੰ ਤਾਂ ਜੋ ਤੁਸੀਂ ਐਡਮਿਟ ਹੀ ਨਹੀਂ ਕਰ ਰਹੇ। ਸੱਚ ਐਡਮਿਟ ਕਰਨਾ ਔਖਾ ਹੈ। ਸੱਚ ਨੂੰ ਐਡਮਿਟ ਕਰਨ ਵਾਲੇ ਨੂੰ ਕਿਹਾ ਸੀ ਪਹਿਲਾਂ ਮੰਡ ਕਬੂਲਣਾ ਪੈਂਦਾ, ਆਪਣੀ ਮਰਜ਼ੀ ਛੱਡਣੀ ਪੈਂਦੀ ਹੈ। ਕਿ ਤਿਆਰ ਹੋ? ਛਾਤੀ ਤੇ ਹੱਥ ਰੱਖ ਕੇ ਦੇਖੋ ਦਿਲ ਤੇ, ਤਿਆਰ ਹੋ ਆ ਜਾਓ। ਅਸੀਂ ਤਾਂ ਤਿਆਰ ਹਾਂ, ਸਾਨੂੰ ਤਾਂ ਚਾਹੀਦੇ ਨੇ ਇਹੋ ਜਿਹੇ ਬੰਦੇ। ਇਹ ਤਾਂ ਗੁਰੂ ਵਾਲੇ ਹੁੰਦੇ ਨੇ, ਸੱਚ ਨੂੰ ਐਡਮਿਟ ਕਰਨ ਵਾਲੇ। ਉਹ ਚੱਲ ਦੂਜਿਆਂ ਨੂੰ ਗੁਰੂ ਵਾਲੇ ਬਣਾਈ ਦਾ ਹੁੰਦਾ, ਉਹਨਾਂ ਨਾਲ ਕਿਹੜਾ ਬੈਰ ਹੈ ਸਾਡਾ। ਜਿਹੜੇ ਬਣ ਜਾਣਗੇ ਨਾ ਬਣਨਗੇ, ਚੰਗੇ ਰਹਿਣਗੇ ਨਾ ਬਣਨਗੇ, ਉਹਨਾਂ ਦੀ ਮਰਜ਼ੀ। ਸਾਡਾ ਕਿਹੜਾ ਦੁਸ਼ਮਣੀ ਆ, ਅਸੀਂ ਜ਼ਬਰਦਸਤੀ ਕਿਸੇ ਨੂੰ ਬਣਾਉਣਾ। ਪਰ ਤੁਹਾਡੀ ਤਾਂ ਜ਼ਿੰਮੇਵਾਰੀ ਹੈ, ਗੋਲਕ ਤੁਹਾਡੇ ਕੋਲ ਹੈ, ਗੁਰਦੁਆਰੇ ਤੁਹਾਡੇ ਕੋਲ ਨੇ, ਪ੍ਰਚਾਰ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ। ਜੇ ਤੁਸੀਂ ਵੀ ਸੱਚ ਨੂੰ ਐਡਮਿਟ ਨਾ ਕਰੋ ਤਾਂ ਕਰੂਗਾ ਕੌਣ? ਦੁਨੀਆ ਕਿਉਂ ਕਰੇ? ਕੀ ਲੋੜ ਪਈ ਹੈ ਕਿਸੇ ਨੂੰ ਕਰਨ ਦੀ? ਅੰਦਰ ਝਾਕੋ, ਆਪਣੇ ਅੰਦਰ, ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ। ਇਹ ਆਤਮ ਚਿੰਤਨ ਦਾ ਵੇਲਾ ਹੈ ਹੁਣ ਸਿੱਖਾਂ ਦਾ, ਆਪਣੇ ਅੰਦਰ ਝਾਕਣ ਦਾ ਵੇਲਾ ਹੈ। ਸਿੱਖੀ ਤੁਹਾਨੂੰ ਵੀ ਪਤਾ ਹੈ ਨਹੀਂ, ਤੇ ਸਿੱਖੀ ਤੇ ਬਿਨਾਂ ਸਿੱਖ ਕਹਾਈ ਜਾਵਾਂਗੇ, ਕਿੰਨਾ ਚਿਰ ਕਹਾਈ ਜਾਵਾਂਗੇ? ਉਹ ਕਹਾਈ ਗਏ ਹੁਣ ਤੱਕ, ਹੁਣ ਨਹੀਂ, ਹੁਣ ਪਤਾ ਲੱਗ ਚੁੱਕਿਆ ਸਭ। ਬਿੱਲੀ ਥੈਲੇ ਤੇ ਬਾਹਰ ਆ ਗਈ, ਹੁਣ ਗਈ ਉਹ ਜ਼ਮਾਨੇ ਗਏ ਆਏ। ਤੁਸੀਂ ਹੋਏ ਕਰਕੇ ਰੌਲਾ ਪਾ ਲਓਗੇ, ਮੋਰਚਾ ਉਹ ਗੱਲਾਂ ਗਈਆਂ ਜ਼ਮਾਨੇ ਚਲੇ ਗਏ। ਹੁਣ ਉਹ ਝੂਠੇ ਨਵੇਂ ਜਿਹੜੇ ਚੱਲਦਾ ਹੁੰਦਾ, ਉਹ ਜਿੰਨਾ ਕੁ ਤੇਲ ਹੁੰਦਾ ਜਲ ਗਿਆ। ਜਬ ਲਗ ਤੇਲ ਦੀਵੇ ਮੁਖ ਬਾਤੀ, ਉਹਨਾਂ ਚਿਰ ਸੀ ਗੱਲਾਂ ਕਰਦੇ। ਤੇਲ ਅੰਦਰ ਤੱਤ ਕੋ ਸੱਚ ਤੇ ਖੜੇ ਸੀ ਜਿੰਨਾ ਚਿਰ, ਉਹਨਾਂ ਚਿਰ ਗੱਲਾਂ ਸੁਣਦੇ ਰਹੇ ਤੁਹਾਡੀਆਂ ਲੋਕ। ਹੁਣ ਤਾਂ ਮੰਦਰ ਸੁਣਨਾ ਹੋਇਆ ਪਿਆ, ਬੱਤੀ ਜਲ ਚੁੱਕੀ, ਤੇਲ ਖਤਮ ਹੋ ਗਿਆ, ਬਾਤੀ ਠਹਿਰਾਨੀ ਸੂਨਾ ਮੰਦਰ ਹੋਈ। ਅੱਗੇ ਸੁਣਨਾ ਨਹੀਂ ਦਾ, ਤੁਹਾਡੇ ਅੱਗੇ ਹਨੇਰਾ ਬਿਲਕੁਲ ਖਤਮ, ਫਿਊਚਰ ਨਹੀਂ ਹੈ। ਕੰਧ ਤੇ ਲਿਖਿਆ ਪੜ੍ਹ ਲਓ। ਜਿਹੜੇ ਟਾਈਮ ਨਾਲ ਪੜ੍ਹ ਲੈਂਦੇ ਨੇ ਉਹ ਸਿਆਣੇ ਹੁੰਦੇ ਨੇ। ਉਹ ਵਿਗੜਦੀ ਡੁੱਬਦੇ ਜਹਾਜ਼ ਨੂੰ ਵੀ ਬਚਾ ਲੈਂਦੇ ਨੇ। ਤਾਂ ਨਹੀਂ ਤਾਂ ਫਿਰ ਪਾਣਾ ਤਾਂ ਵਰਤਣਾ ਹੀ ਹੈ, ਉਹ ਤਾਂ ਵਰਤਦਾ ਹੀ ਹੁੰਦਾ। ਠੀਕ ਹੈ, ਤੁਸੀਂ ਕਬਜ਼ਾ ਕਰ ਲਿਆ ਸੀ ਸਿੱਖੀ ਤੇ, ਪ੍ਰਚਾਰ ਤੇ। 5 ਰੁਪਏ ਖਾਲਸੇ ਦੇ ਸਿਰ ਦਾ ਮੁੱਲ ਪਿਆ ਸੀ, ਇਹ ਵੀ ਪਤਾ। ਕੌਣ ਸੀ ਪਾਉਣ ਵਾਲੇ? ਸਭ ਜਾਣਦੇ ਨੇ। ਚਲੋ ਅਸੀਂ ਤਾਂ ਜਾਣਦੇ ਹਾਂ। ਜੇ ਅੱਜ ਤੁਸੀਂ ਵਿਰੋਧ ਕਰਦੇ ਹੋ ਤਾਂ ਤੁਸੀਂ ਹੋ ਤੇ ਹੋ, ਤੁਹਾਡੇ ਹੀ ODN। ਅਸੀਂ ਇਲਜ਼ਾਮ ਲਾਤਾ, ਤੁਸੀਂ ਜਵਾਬ ਦੇ ਦਿਓ ਅਸੀਂ ਨਹੀਂ ਹੈਗੇ। ਜੇ ਤੁਸੀਂ ਨਹੀਂ ਹੈਗੇ ਤਾਂ ਫਿਰ ਸੱਚ ਦਾ ਪ੍ਰਚਾਰ ਕਰਨਾ ਪਊਗਾ। ਹੁਣ ਪਤਾ ਲੱਗ ਚੁੱਕਿਆ। ਜੇ ਹੁਣ ਵੀ ਵਿਰੋਧ ਕਰਦੇ ਹੋ ਤਾਂ ਗੁਰੂ ਗੋਬਿੰਦ ਵੀ ਵਿਰੋਧ ਕਰਦੇ ਸੀ, DNA ਉਹੀ ਹੈ। ਜੇ ਤੁਹਾਨੂੰ ਗੱਲ ਕੌੜੀ ਲੱਗਦੀ ਹੈ, ਸੱਚ ਕੌੜਾ ਲੱਗਦਾ, ਤਾਂ ਸਾਡਾ ਕਸੂਰ ਕੋਈ ਨਹੀਂ ਹੈ। ਸੱਚ ਉਹਨਾਂ ਨੂੰ ਵੀ ਕੌੜਾ ਲੱਗਦਾ ਸੀ ਉਦੋਂ, ਜਿਹੜੇ ਧੀਰਮਲ ਵੱਲ ਚਲੇ ਗਏ ਸੀ, ਜਿਹੜੇ ਦਾਤੂ ਦਾਸੂ ਨਾਲ ਜੁੜ ਗਏ ਸੀ, ਦਾਤੂ ਦਾਸੂ ਜਿਨ੍ਹਾਂ ਨਾਲ ਜੁੜ ਗਏ ਸੀ, ਗੁਰੂ ਅਮਰਦਾਸ ਦੇ ਲੱਤ ਮਾਰਤੀ ਸੀ। ਉਹ ਸਾਰਾ ਜਿਹੜਾ ਪਰਿਵਾਰ ਹੈ, ਉਹਦੀ ਪ੍ਰਤੀਨਿਧਤਾ ਕਰ ਰਹੀ ਹੈ ਇਸ ਵਾਰ ਸ਼੍ਰੋਮਣੀ ਕਮੇਟੀ। ਇਸੇ ਕਰਕੇ ਸ੍ਰੀ ਚੰਦ ਦੇ ਜਨਮ ਦਿਨ ਮਨਾਏ ਜਾਂਦੇ ਨੇ। ਜਨਮ ਦਿਨ ਤਾਂ ਕਿਸੇ ਦਾ ਵੀ ਨਹੀਂ ਮਨਾ ਸਕਦੇ ਤੁਸੀਂ। ਸ੍ਰੀ ਚੰਦ ਦਾ ਤਾਂ ਚਲੋ ਮਨਾ ਸਕਦੇ ਹੋ ਤੁਸੀਂ, ਭਲਾ ਉਹ ਕਿਹੜਾ ਬ੍ਰਹਮ ਗਿਆਨੀ ਸੀ।
ਪਰ ਤੁਸੀਂ ਤਾਂ ਗੁਰੂਆਂ ਦੇ ਵੀ ਮਨਾਈ ਜਾਂਦੇ ਹੋ। ਗੁਰਬਾਣੀ ਦਾ ਜਨਮ ਸਰੀਰ ਨਾਲ ਹੁੰਦਾ ਹੈ, ਗੁਰਬਾਣੀ ਸਰੀਰ ਨੂੰ ਜਨਮ ਮੰਨਦੀ ਹੈ। ਹਿੰਦੂ ਮੰਨਦੇ ਨੇ, ਖਾਲਸਾ ਨਹੀਂ ਮੰਨਦਾ, ਸਿੱਖ ਨਹੀਂ, ਗੁਰਸਿੱਖ ਨਹੀਂ ਮੰਨ ਸਕਦਾ। ਜਦ ਗੁਰਬਾਣੀ ਕਹਿੰਦੀ ਹੈ ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸਿਸ਼ਟ। ਆ ਪ੍ਰਚਾਰ ਕਰਨਾ ਪਊ, ਪ੍ਰਚਾਰਕਾਂ ਨੂੰ ਕਰ ਲੈਣਗੇ। ਕੋਈ ਵੀ ਜਨਮ ਦਿਨ ਕੋਈ ਨਹੀਂ ਮਨਾ ਸਕਦੇ ਵਰਸੀ। ਤੁਸੀਂ 350 ਸਾਲਾਂ ਵਰਸ ਫੇਰ ਲਿਖੀ ਬੈਠੇ ਹੋ। ਉਹ ਕੀ ਹੈ 350 ਸਾਲ, 550 ਸਾਲ ਗੁਰੂ ਨਾਨਕ ਦਾ ਇਸੇ ਦੇ ਵਿੱਚ ਲਿਖਤਾ ਖਬਰ 'ਚ 550 ਸਾਲ। ਉਹ ਕਾਹਦੇ ਨੇ 550 ਸਾਲ ਭਾਈ? ਉਹ ਦੱਸੋ ਕਾਹਦੇ ਨੇ? ਵਰਸੀ ਕਾਹਦੀ ਹੈ? ਹੋ ਸਰੀਰ ਦੀ, ਆਤਮਾ ਦੀ ਹੈ। ਜੇ ਤਾਂ ਸਰੀਰ ਛੱਡੇ ਦੀ ਵਰਸੀ ਹੈ, ਸਰੀਰ ਗਾਇਬ ਹੋਇਆ ਉਦੋਂ ਤੱਕ, ਫਿਰ ਤਾਂ ਤੁਸੀਂ ਮੂਰਤੀ ਪੂਜ ਕੌਣ? ਜੇ ਆਤਮਾ ਦੀ ਗੱਲ ਕਰੋਗੇ, ਆਤਮਾ ਤਾਂ ਅਮਰ ਹੈ, ਉਹ ਤਾਂ ਮਰਦੀ ਹੋ ਨਹੀਂ। ਫਿਰ ਕੌਣ ਕਹੇ ਸਤਿਗੁਰ ਮੋਇਓ? ਜਦ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਤ ਮੈਂ ਪਿੱਛੇ ਕੋਈ ਰੋਬ ਸੀ, ਉਹ ਕੀ ਸੀ ਗੱਲ? ਦਾਤੂ ਦਾਸੂ ਨਹੀਂ ਸੀ ਮੰਨਿਆ ਇਹ ਗੱਲ, ਉਹ ਨਹੀਂ ਮੰਨਦੇ। ਸ੍ਰੀ ਚੰਦ ਨਹੀਂ ਮੰਨਦਾ ਇਹ ਗੱਲ, ਹਿੰਦੂ ਨਹੀਂ ਮੰਨਦਾ ਇਹ ਗੱਲ। ਤੁਸੀਂ ਤਾਂ ਉਹ ਗੱਲ ਮੰਨਦੇ ਹੋ ਜਿਹੜੀ ਗੁਰਸਿੱਖ ਨਹੀਂ ਮੰਨਦੇ, ਜਿਹੜੀ ਗੁਰਬਾਣੀ ਨਹੀਂ ਮੰਨਦੀ। ਇਹ ਸਭ ਕੁਝ ਬਦਲਣਾ ਪੈਣਾ, ਕਦੇ ਭੁਲੇਖੇ ਜਾਵੋ। ਗੁਰਬਾਣੀ ਤੇ ਚੱਲੂ ਸਭ ਕੁਛ, ਤੁਹਾਡੀ ਮਰਜ਼ੀ ਕਿਤੇ ਵੀ ਨਹੀਂ ਚੱਲਣੀ। ਕੁਛ ਵੀ ਹੋ ਜਾ ਚਾਹੇ। ਬਾਬੇ ਫਤਿਹ ਸਿੰਘ ਦੀ ਸ਼ਹੀਦੀ ਦਾ ਬਾਬੇ ਦਾ ਕਾਰਨ ਇਹੀ ਸੀ, ਜ਼ੋਰਾਵਰ ਦਾ। ਇਹੀ ਮਨਾਇਆ ਜਾਂਦਾ ਸੀ ਉਹਨਾਂ ਨੂੰ। ਦਸਮ ਪਾਤਸ਼ਾਹ ਬਾਰੇ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਸੀ, ਮੰਨਦੇ ਸੀ ਵੀ ਸ਼ਹੀਦ ਹੋ ਗਏ, ਚਾਹੇ ਗਲਤੀ ਨਾਲੇ ਮੰਨਦੇ ਸੀ। ਉਸ ਵੇਲੇ ਤੱਕ ਉਹ ਇਹ ਮੰਨਦੇ ਸੀ ਵੀ ਸ਼ਹੀਦ ਕਰ ਦਿੱਤੇ ਗਏ। ਉਹ ਬਾਅਦ ਚ ਪਤਾ ਲੱਗਿਆ ਉਹਨਾਂ ਨੂੰ। ਪਰ ਉਦੋਂ ਤਾਂ ਸਾਹਿਬਜ਼ਾਦਿਆਂ ਤੇ ਹੀ ਸੀ ਨਾ, ਇਹ ਗਾਹਾਂ ਹੁਣ ਤੋਰਨਗੇ ਪ੍ਰਚਾਰ। ਫਿਰ 8ਵੇਂ ਪਾਤਸ਼ਾਹ ਨੇ ਵੀ ਤਾਂ ਤੋਰਿਆ ਹੋਇਆ ਸੀ। ਉਹ ਕਹਿੰਦੇ ਹਾਂ ਕਰਾਂਗੇ ਅਸੀਂ ਪ੍ਰਚਾਰ। ਹੋਰ ਤਾਂ ਕੋਈ ਦੋਸ਼ ਨਹੀਂ ਸੀ ਉਹਨਾਂ ਤੇ। ਕੋਈ ਫੌਜਦਾਰੀ ਤਾਂ ਉਹਨਾਂ ਨੇ ਕੀਤੀ ਹੋਈ ਨਹੀਂ ਸੀ, ਉਹਨਾਂ ਦੇ ਖਿਲਾਫ ਕੋਈ ਕੇਸ ਹੀ ਨਹੀਂ ਸੀ। ਏਦਾਂ ਹੀ ਉਹ ਕਿਵੇਂ ਦੇ ਦਿੰਦਾ ਫਤਵਾ? ਕੋਈ ਮਜ਼ਾਕ ਸੀ? ਤੁਸੀਂ ਤਾਂ ਪ੍ਰਚਾਰ ਝੂਠ ਦਾ ਕੀਤਾ ਹੋਇਆ। ਉਦੋਂ ਵੀ ਕੁਛ ਕਾਨੂੰਨ ਸੀ ਅੱਜ ਵਾਂਗੂ, ਏਦਾਂ ਹੀ ਦੇ ਦਿੰਦਾ ਫਤਵਾ। ਕਾ ਜੀ ਉਹਦੇ ਘਰ ਦਾ ਕੰਮ ਸੀਗਾ। ਜੋ ਪ੍ਰਚਾਰ ਕੀਤਾ ਮੁਸਲਮਾਨਾਂ ਦੇ ਖਿਲਾਫ ਸਾਰਾ ਗਲਤ ਕੀਤਾ, ਏਦਾਂ ਨਹੀਂ ਸੀ ਹੁੰਦਾ। ਤੁਸੀਂ ਤਾਂ ਝੂਠ ਬੋਲਿਆ ਸਾਰਾ। ਜੇ ਮੁਸਲਮਾਨਾਂ ਨੇ ਇਨਸਾਫ ਕੀਤਾ, ਕਰ ਵੀ ਨਹੀਂ ਸਕੇ ਬਾਅਦ ਚ। ਹਿੰਦੂ ਵੀ ਨਹੀਂ ਕਰ ਸਕਦੇ, ਤੁਸੀਂ ਵੀ ਨਹੀਂ ਕਰ ਸਕਣੇ। ਉਹਨਾਂ ਦੇ ਰਿਕਾਰਡ ਨੇ, ਇਤਿਹਾਸ ਵਿੱਚ ਵੀ ਨੇ। ਨਹੀਂ ਕਰ ਸਕਦੇ ਅਸੀਂ। ਤੁਹਾਡਾ ਮੁਸਲਮਾਨ ਚੰਗੇ ਨੇ ਜਿਹੜੇ ਫੋਟੋ ਨੂੰ ਮੰਨਦੇ ਹੀ ਨਹੀਂ। ਐਵੇਂ ਨਹੀਂ ਕਹਿਤਾ ਗੁਰੂ ਨਾਨਕ ਨੇ ਮੁਸਲਮਾਨ ਕਹਾਵਣ ਮੁਸ਼ਕਿਲ। ਸਿੱਖ ਕਿਤੇ ਗਿਆ ਕਹਾਵਣ ਮੁਸ਼ਕਿਲ ਹੈ, ਦੱਸੋ ਗੁਰਸਿੱਖ ਕਿਤੇ ਗਿਆ ਕਹਾਵਣ ਮੁਸ਼ਕਿਲ ਹੈ? ਗਾਖੜੀ ਕਾਰ ਕੇ ਹੈ, ਗਾਖੜੀ ਕਾਰ ਹੈ, ਔਖੀ ਹੈ ਕਾਰ ਹੈ, ਐਡੀ ਸੌਖੀ ਨਹੀਂ। ਤੁਸੀਂ ਤਾਂ ਇਲੈਕਸ਼ਨ ਜਿੱਤ ਕੇ ਆਪਣੀ ਪ੍ਰਾਪਰਟੀ ਬਣਾ ਰਹੇ ਹੋ ਗੋਲਕ ਚੋਂ। ਜਾਂ MLA ਬਣ ਕੇ ਜਾਂ ਕੋਈ ਉਧਰੋਂ ਫਾਇਦੇ ਉਠਾਉਣੇ ਹੋ। ਤੁਹਾਡੀ ਤਾਂ ਆਹ ਕਾਰ ਹੈ, ਹੋਰ ਕਾਰ ਕੀ ਹੈ ਤੁਹਾਡੀ? ਗੁਰਮਤਿ ਦੇ ਪ੍ਰਚਾਰ ਪ੍ਰਸਾਰ ਦੀ ਕੋਈ ਕਾਰ ਨਹੀਂ ਹੈ ਤੁਹਾਡੀ। ਤਾਂ ਸਾਬਤ ਕਰੋ ਜੇ ਹੈਗੀ ਆ। ਪ੍ਰੈਕਟੀਕਲ ਜੋ ਕਿਤੋਂ ਸਾਬਤ ਨਹੀਂ ਹੁੰਦੀ, ਸਿੱਖੀ ਕਿੱਥੇ ਗਈ ਫਿਰ? ਕਿਉਂ ਐਡਮਿਟ ਕੀਤਾ ਹਾਈ ਕੋਰਟ ਸਿੱਖ ਹੈ ਨਹੀਂ ਉਹ ਜਾ? ਜੇ ਹੈ ਤਾਂ ਸਾਬਤ ਕਰੋ, ਦਿਖਾਓ ਕਿੱਥੇ। ਹੁਣ ਜਵਾਬ ਦੇਣੇ ਪੈਣਗੇ ਨਾ ਪ੍ਰਚਾਰਕਾਂ ਨੂੰ। ਛੱਡ ਕੇ ਭੱਜਣਗੇ ਪ੍ਰਚਾਰ ਸਾਰੇ ਹੀ, ਕਹਿੰਦੇ ਖੜਨਾ ਵੀ ਨਹੀਂ ਹੈ ਸੰਗਤ ਚ।
ਸੰਗਤ ਨੂੰ ਪਤਾ ਪ੍ਰਚਾਰ ਕੀ ਹੈ। ਤੇ ਜਾਣ ਲੱਗ ਗਿਆ 4-4 ਆਦਮੀ ਟਰਾਲੀਆਂ ਭਰ ਕੇ ਜੋ ਲੰਘਣ ਲੱਗ ਗਿਆ, ਜੇ ਖੜ ਗਿਆ ਕੋਈ ਪ੍ਰਚਾਰ ਕਹਿ ਦਿਓ ਸਭ ਭੱਜ ਜਾਣਗੇ। ਹੁਣ ਮੂਵਮੈਂਟ ਇਹ ਕਰਨੀ ਹੈ, ਪ੍ਰਚਾਰ ਸਹੀ ਕਰਨੀ, ਸਾਡੀ ਹੋਰ ਕੋਈ ਲੜਾਈ ਹੋਈ ਨਹੀਂ। ਗਿਆਨ ਦੀ ਲੜਾਈ ਹੈ, ਗਿਆਨ ਖੜਗ ਦੀ ਲੜਾਈ ਹੈ। ਗਿਆਨ ਖੜਗ ਚੱਲੂਗੀ, ਤਕੜੇ ਹੋ ਜਾਓ, ਬੁੱਧ ਨੂੰ ਆਪਣੇ ਨੂੰ ਕਾਇਮ ਕਰ ਲਓ, ਵਿਵੇਕ ਬੁੱਧੀ ਧਾਰਨ ਕਰ ਲਓ। ਵਿਵੇਕ ਬੁੱਧੀ ਦਾ ਮੁਕਾਬਲਾ ਕਰਨਾ ਪੈਣਾ। ਹੁਣ ਲੈ ਲਓ ਕਿ ਤੋਂ ਅਕਲ ਜੇ ਮਿਲਦੀ ਹੈ, ਉਧਾਰੀ ਸੁਧਾਰੀ ਬੀਜੇਪੀ ਵਾਲਿਆਂ ਤੋਂ ਲੈ ਲਿਓ। ਬੀਜੇਪੀ ਵਾਲੇ ਮੰਨ ਜਾਣਗੇ ਪ੍ਰਚਾਰ ਨੂੰ, ਗੁਰਮਤ ਨੂੰ, ਤੁਹਾਨੂੰ ਔਖਾ ਮੰਨਣਾ, ਉਹ ਮੰਨ ਜਾਣਗੇ। ਜੋ ਜਿੰਨੇ ਤੁਸੀਂ ਸਿੱਖ ਹੋ ਨਾ 2 ਕਰੋੜ ਹਿੰਦੂਆਂ ਚੋਂ ਇਹ ਤੋਂ ਜ਼ਿਆਦਾ ਨਿਕਲੇ ਹੋਣੇ ਨੇ, ਮੈਨੂੰ ਪਤਾ ਇਸ ਗੱਲ ਦਾ, ਕਿ ਹਿੰਦੂਆਂ ਦੀ ਤਾਦਾਦ ਬਹੁਤ ਹੈ ਨਾ। 2 ਕਰੋੜ ਤੇ ਉਹਨਾਂ ਚੋਂ ਵਧੀਆ ਸਿੱਖ ਨਿਕਲੇ ਹੋਣੇ ਨੇ। ਕਹਿੰਦੇ ਕਹੋਂਦੇ ਮਿਲਦੇ ਨੇ ਮੈਨੂੰ ਆਦਮੀ, ਕਰਦੇ ਨੇ ਐਡਮਿਟ, ਉਹ ਕਹਿੰਦੇ ਨੇ ਵੀ ਜੇ ਇਹ ਵਿਆਖਿਆ ਹੋਵੇ ਸਾਨੂੰ ਇਤਰਾਜ਼ ਕੀ ਹੈ। ਕਸ਼ਮੀਰੀ ਪੰਡਤਾਂ ਨੇ ਆ ਕੇ ਕਹਿਤਾ ਸੀ 9ਵੇਂ ਪਾਤਸ਼ਾਹ ਨੂੰ, ਇਹ ਸਿੱਖਾਂ ਤੁਹਾਡੇ, ਉਹਨਾਂ ਨੇ ਸ਼ਹੀਦੀ ਦਿੱਤੀ। ਜੇ ਕਸ਼ਮੀਰੀ ਪੰਡਤ ਤਾਂ ਚਲੋ ਮੰਨੀ, ਬੈਕ ਮਾਰ ਗਏ, ਆਪਣੇ ਬਚਨ ਤੇ ਕਾਇਮ ਨਹੀਂ ਰਹੇ, ਪਰ ਤੁਹਾਨੂੰ ਕੀ ਹੋ ਗਿਆ, ਸਿੱਖਾਂ ਨੂੰ ਕੀ ਹੋ ਗਿਆ? ਜਾਂ ਤੁਸੀਂ ਕਹੋ ਤੁਸੀਂ ਵੀ ਸਿੱਖ ਨਹੀਂ ਸੀ, ਉਹ ਜਿਹੇ ਸੀ, ਉਹ ਜਿਹੜੇ ਬੈਕ ਮਾਰ ਗਏ ਸੀ ਉਹਨਾਂ ਦੇ ਨਾਲ ਦੇ ਸੀ, ਜਾਂ ਇਹ ਮੰਨੋ ਤੁਸੀਂ ਬੈਕ ਕਦ ਮਾਰੀ, ਕਿਵੇਂ ਮਾਰੀ? ਗੁਰਦਾਦੀਆਂ ਬਾਰਾਂ ਕਿਵੇਂ ਵੜ, ਕਿਹਨੇ ਵਾੜੀ ਨਾ, ਤੁਸੀਂ ਵਾੜੀਆਂ। ਰਹਿਤ ਮਰਿਆਦਾ ਦੇ ਵਿੱਚ ਕੀ ਹੈ? ਮਰਿਆਦਾ ਸਾਰੀ ਗੁਰਬਾਣੀ ਦੇ ਉਲਟਾ ਹੈ। ਇਹ ਕਿਹਨੇ ਵਾੜੀ? 300 ਸਾਲ ਤੋਂ ਲੈ ਕੇ ਜਿਹੜੀ ਨੀਅਤ ਰਹੀ ਹੈ ਉਹ ਸਾਰੀ ਸਾਨੂੰ ਪਤਾ ਹੈ, ਉਂਗਲੀਆਂ ਤੇ ਸਾਡੇ ਐਨ ਯਾਦ ਹੈ। ਉਹਦਾ ਸਾਰਾ ਹੀ ਨਕਸ਼ਾ ਦਿਖਾ ਦੇਣਾ, A to Z। 300 ਸਾਲ ਦਾ ਇਤਿਹਾਸ ਹੁੰਦਾ ਕੀ ਹੈ? ਉਹ ਤਾਂ ਪਿੱਛੇ ਤੋਂ ਚੱਲਿਆ ਆਉਂਦਾ। ਪੰਡਤ ਪਾੜੀ ਬਾਟ, ਜਦ ਤੇ ਪੰਡਤ ਨੇ ਬਾਟ ਪਾੜੀ ਹੈ, ਉਹੀ ਇਤਿਹਾਸ। ਪੰਡਤ ਦੇ ਚੇਲੇ ਹੀ ਨੇ ਸਾਰੇ। ਵਿਦਵਾਨ, ਵਿਦਵਾਨ ਕੀ ਹੁੰਦਾ? ਵਿਦਵਾਨ ਔਰ ਪੰਡਤ ਦੇ ਵਿੱਚ ਫਰਕ ਕੀ ਹੈ? ਗੁਰਮੁਖ ਸ਼ਬਦ ਨਹੀਂ ਹੈ ਤੁਹਾਡੀ ਡਿਕਸ਼ਨਰੀ 'ਚ, ਹੁਣ ਤੁਹਾਡੀ ਬੋਲ ਚਾਲ 'ਚ ਗੁਰਮੁਖ ਸ਼ਬਦ ਗਾਇਬ ਹੈ। ਵਿਦਵਾਨ ਹੈ, ਵਿਦਵਾਨ ਤਾਂ ਵੇ ਪੰਡਤ ਹੈ। ਜੋ ਪੰਡਤਾਂ ਦੇ ਉੱਤੇ, ਵਿਦਵਾਨ ਦੇ ਉੱਤੇ ਜਿਹਦਾ ਦਾਰੋਮਦਾਰ ਹੈ ਪ੍ਰਚਾਰ ਦਾ, ਉਹ ਪੰਡਤ ਵਾਲਾ ਹੀ ਹੋ ਸਕਦਾ, ਦੂਆ ਨਹੀਂ ਹੋ ਸਕਦਾ। ਹੋ ਹੀ ਨਹੀਂ ਸਕਦਾ ਦੂਆ ਗੁਰਮੁਖ ਵਾਲਾ। ਉਹ ਤਾਂ ਗੁਰਮੁਖ ਵਿਚਾਰੂ, ਇਹਨੂੰ ਦੂਆ ਵਿਚਾਰ ਨਹੀਂ ਸਕਦਾ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਉਹ ਲੱਭੋ ਪਹਿਲਾਂ। ਐਵੇਂ ਪ੍ਰਚਾਰ ਬਦਲ ਜੂਗਾ ਗੱਲਾਂ ਨਾਲ, ਤੁਹਾਡੀਆਂ ਨਾਲ। ਪਹਿਲਾਂ ਗੁਰਮੁਖਾਂ ਦੀ ਸਭਾ ਵਿਛਾਓ, ਸਭਾ, ਫੇਰ ਪਤਾ ਲੱਗੂਗਾ ਕੀ ਪ੍ਰਚਾਰ ਹੈ ਕਰਨਾ। ਜਿਹੜਾ ਕਰਦੇ ਉਹ ਤਾਂ ਪਤਾ ਹੀ ਆ ਲੋਕਾਂ ਨੂੰ, ਉਹ ਤਾਂ ਛੱਡੋ ਪਰੇ, ਉਹ ਤਾਂ ਕੀ ਲੈਣਾ, ਕਰਨਾ ਕੀ ਆ। ਪਰ ਵਿਦਵਾਨ ਕਿਵੇਂ ਤੁਹਾਡਾ ਫੈਸਲਾ ਕਰ ਦੇਣਗੇ? ਵਿਦਵਾਨ ਵਾਲਾ ਤਾਂ ਹੁਣ ਵਾਲਾ ਵੀ ਹੈ, ਆ ਵੀ ਵਿਦਵਾਨ ਵਾਲਾ ਹੀ ਹੈ। ਹੋਰ ਕੀ ਕਰ ਲੈਣਗੇ? ਤੋਂ ਜ਼ਿਆਦਾ ਵਿਦਵਾਨ ਕੁਛ ਨਹੀਂ ਕਰ ਸਕਦੇ। ਵਿਦਵਾਨ ਆਪੇ ਨਹੀਂ ਗੁਰਬਾਣੀ ਨੂੰ ਮੰਨਦੇ ਹੁੰਦੇ। ਜਿਹੜਾ ਡਿਕਸ਼ਨਰੀ ਨੂੰ ਮੰਨਦਾ ਵਿਦਵਾਨ ਹੁੰਦਾ। ਜਿਹੜਾ ਇਹ ਤੋਂ ਉੱਤੇ ਉੱਠ ਗਿਆ, ਉਹ ਗੁਰਬਾਣੀ ਨੂੰ ਅੱਖਰਾਂ 'ਚੋਂ ਆਪ ਖੋਜਦਾ ਨਾ, ਅੱਖਰਾਂ ਮੈਂ ਕੋਈ ਗੁਰਮੁਖ ਖੋਜਾ। ਡਿਕਸ਼ਨਰੀ ਤਾਂ ਕੀ ਲੈਣਾ ਉਹਨੇ? ਡਿਕਸ਼ਨਰੀ ਦੇਖ ਲੈਣਾ ਉਹਨੇ ਵੀ ਇਹ ਅਰਥ ਉਹਦੇ ਅਨੁਸਾਰ ਕਰ ਲਿਆ, ਗੁਰਮਤਿ ਦੇ ਅਨੁਕੂਲ ਕਰ ਲਿਆ, ਨਹੀਂ ਕਰ ਲਿਆ। ਜੇ ਉਹ ਨਹੀਂ ਕਰ ਰਿਹਾ ਲਫ਼ਜ਼, ਤੇ ਲਫ਼ਜ਼ ਨੂੰ ਅਸੀਂ ਆਪ ਨਹੀਂ ਆਪਰੇਸ਼ਨ ਕਰ ਸਕਦੇ ਲਫ਼ਜ਼ ਦਾ। ਜਿਹਨੂੰ ਵਿਆਕਰਨ ਦੀ, ਜਿਹਨੂੰ ਸੋਝੀ ਹੈ ਵੇਦ ਵਿਆਕਰਨ ਦੀ, ਉਹ ਗੁਰਬਾਣੀ ਨੂੰ ਬਿਨਾਂ ਡਿਕਸ਼ਨਰੀ ਤੇ ਅਰਥ ਆ ਸਕਦਾ।
ਜਿਹੜਾ ਬੇਦ ਵਿਆਕਰਨ ਬਣਾ ਸਕਦਾ, ਸਮਝ ਸਕਦਾ, ਉਹ ਗੁਰਬਾਣੀ ਨੂੰ ਬਿਨਾਂ ਡਿਕਸ਼ਨਰੀ ਤੇ ਅਰਥਾ ਸਕਦਾ। ਡਿਕਸ਼ਨਰੀ ਤਾਂ ਲਾਗੂ ਹੀ ਨਹੀਂ, ਵਿਆਕਰਨ ਤਾਂ ਲਾਗੂ ਹੀ ਨਹੀਂ ਗੁਰਬਾਣੀ ਦੇ ਹੁੰਦੀ। ਵਿਆਕਰਨ ਤਾਂ ਕਿਸੇ ਕਵਿਤਾ ਤੇ ਵੀ ਲਾਗੂ ਨਹੀਂ ਹੁੰਦੀ। ਕਵਿਤਾ ਬਾਹਰ ਰੱਖੀ ਹੋਈ ਹੈ ਵਿਆਕਰਨ ਤੋਂ। ਇੰਨਾ ਵੀ ਨਹੀਂ ਮੇਰਾ ਖਿਆਲ ਹੈ ਅਕਾਲੀਆਂ ਨੂੰ ਤਾਂ ਇੰਨੀ ਵੀ ਗਿਆਨ ਨਹੀਂ ਹੈ ਵੀ ਵਿਆਕਰਨ ਕੀ ਹੁੰਦੀ ਹੈ, ਕੀ ਉਹਨਾਂ ਦਾ ਵਿਸ਼ਾ ਵੀ ਨਹੀਂ ਹੈ ਅਸਲ 'ਚ। ਜਿੰਨਾ ਚਿਰ ਜਿਹੜੇ ਲੀਡਰ ਨੇ ਆਪਣੇ ਆਪ ਨੂੰ ਸਮਝਦੇ ਇਲੈਕਸ਼ਨ ਲੜਦੇ ਨੇ ਗੋਲਕ ਵਾਸਤੇ, ਉਹਨਾਂ ਨੂੰ ਖੁਦ ਨਹੀਂ ਨਾ ਗਿਆਨ ਪ੍ਰਚਾਰ ਦਾ, ਉਹ ਕਾਬਲੇ ਨਹੀਂ ਇਹਦੇ, ਉਹ ਇਲੈਕਸ਼ਨ ਦੇ ਐਲੀਜੀਬਲ ਨਹੀਂ ਹੋਣੇ ਚਾਹੀਦੇ। ਉਹ ਗਲਤੀ ਕਿਵੇਂ ਬਣਨਗੇ? ਉਹ ਐਲੀਜੀਬਲ ਨਹੀਂ ਹੋਣੇ ਚਾਹੀਦੇ ਇਲੈਕਸ਼ਨ ਲੜਨ ਦੇ। ਐਲੀਜੀਬਲ ਕੌਣ ਹੈ? ਪਹਿਲਾਂ ਉੱਥੇ ਆਵੇ, ਉਸ ਮਹਿਕਮੇ ਦਾ ਉਹਨੂੰ ਗਿਆਨ ਹੈ, ਜਿਹੜੇ ਮਹਿਕਮੇ ਦਾ ਉਹਨੂੰ ਚਾਰਜ ਦਿੱਤਾ, ਜੇ ਉਹਨੂੰ ਖੁਦੇ ਗਿਆਨ ਨਹੀਂ ਹੈ ਤਾਂ ਮਹਿਕਮੇ ਦਾ ਇੰਚਾਰਜ ਕਿਵੇਂ ਬਣਾਇਆ ਜਾ ਸਕਦਾ ਉਹਨੂੰ? ਇੱਥੋਂ ਚੱਲੂ ਗੱਲ ਇਹ, ਏਦਾਂ ਨਹੀਂ ਸਰਨਾ ਜਿਵੇਂ ਤੁਸੀਂ ਕਹਿੰਦੇ ਹੋ। ਵੱਡਾ ਆਪਰੇਸ਼ਨ ਹੋਊਗਾ ਹੁਣ। ਸੇਖ ਦਿੱਤੇ ਤੇ ਨਹੀਂ ਸਰਨਾ, ਪੱਟੀ ਲਾਏ ਥੇ, ਅਮਲ ਬੁਲਾਏ ਥੇ, ਆਪਰੇਸ਼ਨ ਹੋਏ ਬਹੁਤ ਵੱਡਾ ਤਕੜਾ। ਹਾਂਜੀ ਹਾਂਜੀ, ਇੱਕ ਤਾਂ ਇਹਦੇ ਵਿੱਚ ਜਿਹੜੀ ਇਹਨਾਂ ਨੇ ਪ੍ਰਮੁੱਖ ਗੱਲ ਕਹੀ ਹੈ ਵੀ 550 ਸਾਲਾ ਪ੍ਰਕਾਸ਼ ਪੁਰਬ ਤੇ ਅਸੀਂ ਇਹ ਸ਼ੁਰੂ ਕਰਾਂਗੇ 21 ਜਨਵਰੀ ਤੋਂ। ਗੁਰਮਤਿ ਜਿਹੜਾ ਸਰੀਰ ਦੇ ਜਨਮ ਨੂੰ ਜਨਮ ਨਹੀਂ ਮੰਨਦੀ। ਇੱਕ ਤਾਂ ਇਹ ਆਪਣੇ ਮੂਹਰੇ ਇੱਕ ਬੜੀ ਅੜਚਣ ਹੈ ਜੀ। ਅੜਚਣਾਂ ਤਾਂ ਵੈਸੇ ਬਹੁਤ ਹੈ, ਪਰ ਮੁੱਖ ਨੂੰ ਆਪਾਂ ਕੀ ਰੱਖਾਂਗੇ ਕਿ ਉਹ ਜਿਵੇਂ ਨੋਟਬੰਦੀ ਹੋਈ ਸੀ, ਜੇ ਨੋਟ ਹੀ ਨਹੀਂ ਨਵੇਂ ਛਾਪੇ ਹੋਏ ਤਾਂ ਪੁਰਾਣੇ ਬੰਦ ਕਰਕੇ ਕੀ ਫਾਇਦਾ? ਜਾਂ ਤਾਂ ਕੋਈ ਚਾਹੀਦਾ ਵੀ 1 ਸਾਲ ਜਾਂ 2 ਸਾਲ ਪਹਿਲਾਂ ਉਹ ਪ੍ਰਚਾਰਕਾਂ ਨੂੰ ਮੌਕਾ ਦਿੱਤਾ ਜਾਵੇ, ਉਹ ਕਹਿੰਦਾ ਪੜ੍ਹਨ ਲਿਖਣ। ਲੋੜ ਨਹੀਂ ਹੈ, ਇੱਕਦਮ ਤਾਂ ਨਹੀਂ ਬਦਲ ਸਕਦਾ ਨਾ ਜੀ। ਇਹ ਤੁਹਾਡਾ ਸਵਾਲ ਹੈ, ਗਲਤ ਹੈ। ਕਿਉਂ ਨਹੀਂ ਬਦਲ ਸਕਦਾ? ਕਿਉਂ ਨਹੀਂ? ਯਾਰ ਫਿਰ ਬੋਲੀਏ, ਸਵਾਲ ਹੈ ਗਲਤ ਹੈ ਤੇਰਾ। ਦੇਸੀ ਕੌਣ ਹੈ? ਗਲਤ ਹੈ ਬਿਲਕੁਲ। ਅੱਜ ਦੇ ਸੰਦਰਭ ਦੇ ਵਿੱਚ ਗੱਲ ਇਹ ਗਲਤ ਹੈ। ਕਿਉਂ ਹਰ ਜਗ੍ਹਾ ਪ੍ਰਚਾਰ ਹੋਵੇ? ਕਿਉਂ ਨਾ ਟੀਵੀ ਤੋਂ ਇੱਕੋ ਜਗ੍ਹਾ ਪ੍ਰਚਾਰ ਹੋਵੇ? ਜ਼ਰੂਰੀ ਹੈ ਹਰੇ ਗੁਰਦੁਆਰੇ 'ਚ ਕਰਨਾ? ਦੁਕਾਨਦਾਰੀਆਂ ਨੇ, ਅਸੀਂ ਲੋਕਾਂ ਨੂੰ ਰੁਜ਼ਗਾਰ ਦੇਣਾ, ਸਾਰਾ ਕੰਮ ਖਰਾਬ ਕਰਨਾ ਰੁਜ਼ਗਾਰ ਦੇ ਕੇ। ਇਹਨਾਂ ਤਾਂ ਰੁਜ਼ਗਾਰ ਦੇ ਕੇ ਕੰਮ ਖਰਾਬ ਕੀਤਾ। ਕੱਲਾ ਹੀ ਹੁੰਦਾ ਸੀ, ਗੁਰੂ ਨਾਨਕ ਕੱਲਾ ਹੀ ਸੀ, ਫੌਜ ਦੀ ਉਹਦੇ ਨਾਲ ਪ੍ਰਚਾਰ ਕੱਲਾ ਹੀ ਕਰਦਾ ਸੀ। 2 ਸਾਲ 'ਚ ਸਿੱਖ ਲੈਣਗੇ ਪ੍ਰਚਾਰ। ਲੋੜ ਕੀ ਹੈ ਇਹਨਾਂ ਪ੍ਰਚਾਰਕਾਂ ਦੀ? ਘਰ ਘਰ ਗੱਲ ਦੱਸਣੀ, ਘਰ ਘਰ ਟੀਵੀ ਪਈ ਹੈ, ਪ੍ਰਚਾਰ ਕਰਨ ਦੀ ਤੁਹਾਨੂੰ ਕੀ ਲੋੜ ਹੈ? ਕੱਲ ਦੱਸਣੀ ਆ ਪਿੰਡ ਦੇ ਕੋਲ, ਇਹ ਕਰ ਲੈਣ, ਇਕੱਠੇ ਕਰਿਆ ਕਰਨ ਪ੍ਰਚਾਰ, ਅਸੀਂ ਕਰਦਿਆ ਕਰਾਂਗੇ। ਚਲੋ 4-4 ਪਿੰਡ ਇਕੱਠੇ ਕਰੀ ਜਾਣ। ਜੇ ਇਹਨਾਂ ਨੂੰ ਨਹੀਂ ਆਉਂਦਾ ਅਸੀਂ ਸਹਿਯੋਗ ਦਿੰਦੇ ਹਾਂ। ਉਹ ਕਿਹੜਾ ਇੱਕ ਰੋਜ਼ੇ ਪ੍ਰਚਾਰ ਕਰਨ ਦੀ ਲੋੜ ਹੈ? ਜਿਹੜਾ ਰੋਜ਼ ਕਰਦੇ ਨੇ ਗੁਰਦੁਆਰੇ, ਉਹਦਾ ਅਸਰ ਕੀ ਹੋਇਆ ਹੈ? ਉਹ ਤਾਂ ਤਰੀਕਾ ਹੀ ਨਹੀਂ ਪ੍ਰਚਾਰ ਕਰਨ ਦਾ ਬਿਲਕੁਲ। ਉਹ ਤਾਂ ਹੈ ਉਹ ਗਲਤ। ਗੁਰੂਆਂ ਵੇਲੇ ਗੱਲ ਹੈ ਹੀ ਨਹੀਂ ਸੀ। ਜਿਵੇਂ ਗੁਰੂਆਂ ਵੇਲੇ ਹੋਇਆ ਪ੍ਰਚਾਰ ਉਵੇਂ ਹੋਊਗਾ। ਆ ਤਾਂ ਤਰੀਕਾ ਨਾਲ ਦੁਕਾਨਦਾਰੀ ਦਾ, ਆਪਣੇ ਬੰਦੇ ਐਡਜਸਟ ਕਰਨ ਦਾ, ਨੌਕਰੀਆਂ ਦੇਣ ਦਾ। ਇਹ ਤਾਂ ਬਿਜ਼ਨਸ ਵਾਲੇ ਆਦਮੀ ਨੇ ਸਾਰੇ, ਉਹ ਤਰੀਕੇ ਨਾਲ ਗੱਲਾਂ ਕਰਦੇ ਨੇ। ਔਰ ਬਿਜ਼ਨਸ ਪੁਆਇੰਟ ਆਫ ਵਿਊ ਨਾਲੇ ਇਹਨਾਂ ਨੇ ਸਭ ਕੁਝ ਬਣਾਇਆ ਹੋਇਆ ਗੁਰਦੁਆਰਿਆਂ 'ਚ। ਬਿਜ਼ਨਸ ਪੁਆਇੰਟ ਆਫ
ਵੀ ਉਹ ਵਾਲੇ ਆਦਮੀ ਇਹਨਾਂ ਦੇ ਬੋਰੀ ਉੱਥੇ ਨੇ, ਆਗੂ ਨੇ ਗੁਰਦੁਆਰਿਆਂ ਦੇ। ਗੁਰਮਤਿ ਹੈ ਹੀ ਨਹੀਂ ਕੋਈ। ਗੁਰਮਤਿ ਤਾਂ ਉਹਨਾਂ ਨੂੰ ਠੀਕ ਹੀ ਨਹੀਂ ਲੱਗਦੀ। ਗੁਰਮਤਿ ਨਾਲ ਤਾਂ ਉਹਨਾਂ ਨੂੰ ਕੌੜੀ ਲੱਗਦੀ ਹੈ ਗੱਲ। ਗੁਰਦੁਆਰਿਆਂ ਦੇ ਵਿੱਚ ਗੁਰਮਤਿ ਦੀ ਤੁਸੀਂ ਗੱਲਾਂ ਨਹੀਂ ਕਰ ਸਕਦੇ। ਇਹ ਗੁਰਦੁਆਰੇ ਸਾਰੇ ਪ੍ਰਚਾਰ ਦੇ ਕੇਂਦਰ ਸਿਰਫ ਟੀਵੀ ਰਾਹੀਂ ਬਣ ਸਕਦੇ ਨੇ। ਇਹ ਉਹੀ ਗੱਲ ਸੁਣ ਕੇ ਆਦਮੀ ਇਹਨਾਂ ਦੇ ਸਿਆਣੇ ਲੱਭ ਲੈਣ, ਉਹੀ ਉਹਨਾਂ ਕੇ ਪ੍ਰਚਾਰ ਕਰਨ ਦੱਸਣ ਜਿੰਨਾ ਗੁਰਮਤਿ ਕਹਿੰਦੀ ਹੈ। ਪਹਿਲਾਂ ਦੁਨੀਆ ਦੀ ਬੋਲੀ ਉਹ ਠੀਕ ਕਰ ਦੇਣ। ਪੁੰਨ ਪਾਪ ਨੂੰ ਬਾਣੀ ਨਹੀਂ ਮੰਨਦੀ, ਚਾਰੇ ਯੁੱਗ ਨੂੰ ਬਾਣੀ ਨਹੀਂ ਮੰਨਦੀ, ਹੁਕਮ ਨੂੰ ਬਾਣੀ ਮੰਨਦੀ ਹੈ। ਇਹ ਗੱਲਾਂ ਹੀ ਮੋਟੀਆਂ ਮੋਟੀਆਂ ਦੱਸ ਦੇਣ, ਇੰਨਾ ਹੀ ਬਹੁਤ। ਪਾਣੇ ਚਲੋ, ਪਾਣੇ ਨੂੰ ਮਿੱਠਾ ਕਰਕੇ ਮੰਨੋ, ਇਹੀ ਗੱਲਾਂ ਦੱਸ ਦੇਣ। ਪਰ ਮੰਨਦੇ ਤਾਂ ਇਹ ਨਹੀਂ ਪਾਣੇ ਨੂੰ ਮਿੱਠਾ ਕਰਕੇ ਆਪ, ਦੂਏ ਨੂੰ ਕੀ ਕਹਿਣ। कम से कम पहला ऐं कही जान भी भाई जो ये प्रचार है गलत है साडा, चलो इन्ना ही बहुत है। भी जो थोड़े मन च पाया है भांडे पहले खाली करो। उन्होंने भांडे खाली का कर देना। गुरबाणी का कहती है भांडे नूं पहला खाली करो, बैस धूप दे तो दुध पाउण नूं तैयार हो गए, भांडे उन्होंने खाली नहीं कीते। भांडे खाली कौन करूगा? गल पै जाणगे लोग इन्हां दे भी पहलां तुसीं आ कहंदे हुण आ कहने हो। जिहड़े गल पैणगे उन्हां दा की इलाज करनगे? ये की सोचदे ने गल नहीं पैणगे लोग। बयान दे के फस गए, एडमिट कर गए। अगे वाली गल कही आई भी जो मर्जी बयान दे तो दूए चुप कर जाते सी, बोल एक्शन नहीं लेंदे। इन्होंने बयान दे दिता, हट जान पीछे किवें हट जाणगे? संगत इन्हां दे अगे खिलाफ है। ये गोंगड़ों की मिट्टी झाड़न नाल नहीं संगत ने चुप करना। हुण प्रैक्टिकल कुछ करके दिखाना पऊ इन्हां नूं। बहुत देख लिया इन्होंने मूँह वाल लोगों ने। इन्हें तो कराना की है ना प्रचारकों से, इन्हों की छुट्टी करन जिहड़ा नहीं कर सकता। सिख वाले शरीर के नाल कोई संबंध नहीं सिक्खी का। सिक्खी का आत्मा नाल संबंध है। हिरदा शुद्ध चाहिए। जे हिरदे विच कपट है, उपरों बाहर स्वरूप जिन्ना मर्जी बनाई जाओ, सिख नहीं है। गुरु दे जड़ा उल्ट खड़ा है, जे उल्ट प्रचार करनगे सिख नहीं उन्होंने मनना, दुश्मन मनना गुरु दे लोकां ने। हुण उन्हां नूं मैं कहता गद्दारी है, लोकां ने मूँह ते कहण लग जाना गद्दारी है, धरो है गुरु नाल। ये भै बहुत बड़ा है, मजाक नहीं है। भै नूं टेस्ट पास करके गल करू हुण कोई सिक्खी के खिलाफ। संगत है मक्खण चो बालवा बाहर कढ़ के रख दूगी। वो गल्लां कहियां विद्वान वालियां, ਉਹਦਾ असर नहीं। घट जाती है गल जाके छाती च, ਜਿਹੜਾ सुन लैंदा बरछे वो। एक छोटी जी गल कही थी उन्होंने, बड़ा विश्व सी जर्मन च। वो कहता इत्थे बरछा कट गया मेरे, छाती चुंगली मारता सी। उन्हें ये कही थी भी जिहड़ा धार्मिक लीडर है वो फ्रॉडी हुंदा, धर्म के नाम से फ्रॉड करता हुंदा। और जिथे लीडर है उत्थे झगड़ा भी हुंदा। जिहड़ा धार्मिक आदमी है वह संत हुंदा।
ਬਾਅਦ ਅੱਖਾਂ ਚੋਂ ਹੀ ਜੂ ਆ ਗਏ ਉਹਦੇ। ਤੁਸੀਂ ਧਾਰਮਿਕ ਜਿਹੜੇ ਆਦਮੀ ਦੀ ਗੱਲ ਕਰੋ, ਧਾਰਮਿਕ ਲੀਡਰ ਦੀ ਜਿਹੜੀ ਗੱਲ ਕਰ ਰਹੇ ਹੋ, ਫਿਰ ਬਗਦਾਦੀ ਨੂੰ ਪੁੱਛ ਲਓ ਸਾਨੂੰ ਕਾਹਨੂੰ ਇੱਥੇ ਬੁਲਾਇਆ, ਜਾਂ ਬਾਦਲ ਨੂੰ ਪੁੱਛ ਲਓ, ਮਾਨ ਨੂੰ ਪੁੱਛ ਲਓ। ਇਹਨਾਂ ਦੇ ਤਾਂ ਰੌਲੇ ਪਾਏ ਹੋਏ ਨੇ ਧਾਰਮਿਕ ਲੀਡਰਾਂ ਦੇ, ਕੰਡੇ ਤਾਂ ਇਹਨਾਂ ਦੇ ਬੀਜੇ ਹੋਏ ਨੇ। ਚੁਗਣੇ ਪੈਣੇ ਨੇ ਧਾਰਮਿਕ ਆਦਮੀਆਂ ਨੂੰ। ਧਾਰਮਿਕ ਆਦਮੀ ਕੰਡੇ ਚੁਗਦੇ ਹੁੰਦੇ ਨੇ, ਧਾਰਮਿਕ ਲੀਡਰ ਕੰਡੇ ਬੀਜਦੇ ਹੁੰਦੇ ਨੇ। ਉਹ ਕਹਿੰਦਾ ਇੱਥੇ ਲੱਗਿਆ ਵਰਸ਼ਾ, ਦੂਏ ਦਿਨ ਪ੍ਰੇਅਰ ਭੁੱਲ ਗਿਆ, ਕਹਿੰਦਾ ਤੁਸੀਂ ਮੈਨੂੰ ਦੱਸੋ ਮੈਂ ਪ੍ਰੇਅਰ ਕਰਾਂ ਕੀ? ਕਿਉਂ? ਸਾਫ ਹੈ ਨਾ ਮਨ ਸਾ। ਉਹ ਇਹ ਨਹੀਂ ਦੇਖਦਾ, ਮੈਂ ਨਹੀਂ ਦੇਖਦਾ ਵੀ ਉਹ ਕੀ ਹੈ, ਮੈਂ ਉਹਨੂੰ ਦੇਖਦਾ ਇੱਕ ਆਦਮੀ ਆ, ਉਹਦਾ ਹਿਰਦਾ ਸਾਫ ਹੈ, ਉਹਦੇ ਦਾੜੀ ਨਹੀਂ, ਮੈਂ ਉਹਦੀ ਦਾੜੀ ਦਾ ਕੀ ਲੈਣਾ? ਉਹ ਗਊ ਦਾ ਮਾਸ ਖਾ ਲੈਂਦਾ, ਮੈਂ ਕੀ ਲੈਣਾ? ਉਹ ਤੇ ਜੇ ਗਊ ਦਾ ਮਾਸ ਖਾ ਕੇ ਵੀ ਕੇਸ ਬਣਾ ਕੇ ਵੀ ਇਮਾਨਦਾਰ ਹੈ, ਮੈਨੂੰ ਉਹਦੀ ਇਮਾਨਦਾਰੀ ਤੋਂ ਹੀ ਮਤਲਬ ਹੈ, ਮੈਨੂੰ ਉਹਦੇ ਬਾਕੀ ਕੁਝ ਕਿਸੇ ਤੋਂ ਹੀ ਮਤਲਬ ਨਹੀਂ ਹੈ। ਜੋ ਇਮਾਨਦਾਰ ਬਣ ਸਕਦਾ ਹੈ, ਇਹ ਦਾੜੀ ਰਖਾ ਕੇ ਵੀ ਇਮਾਨਦਾਰ ਨਹੀਂ ਬਣ ਸਕਦੇ, ਤਾਂ ਉਹ ਜਿਹੇ ਸਿੱਖਾਂ ਦੀ ਲੋੜ ਨਹੀਂ ਹੈ ਜਿਹੜਾ ਇਮਾਨਦਾਰ ਨਹੀਂ ਬਣ ਸਕਦਾ ਦਾੜੀ ਵਧਾ ਕੇ ਰਖਾ ਕੇ। ਗੁਰੂ ਨੂੰ ਕੋਈ ਲੋੜ ਨਹੀਂ ਉਹਨਾਂ ਦੀ ਪੈ ਜਾਂਦੀ। ਕੌੜੀ ਕਿਸੇ ਨੂੰ ਲੱਗਦੀ ਹੈ, ਲੱਗੇ, ਸੱਚ ਹੈ, ਸੱਚ ਕੌੜਾ ਲੱਗਦਾ ਹੀ ਹੁੰਦਾ। ਈਮਾਨ ਇਹ ਮੁਸਲਮਾਨ ਦੇ ਵਿੱਚ ਸੀ। ਉਹ ਜਿਹੜਾ ਕਿਹਾ ਸੀ ਨਾ ਸਭ ਸੂਰਤ ਰੱਬ ਦੀ ਭੰਨੇ ਬੇਈਮਾਨ, ਉਹ ਜਿਹਨਾਂ ਨੇ ਸਭ ਸੂਰਤ ਨੂੰ ਦਾੜੀ ਕਿਸ ਬਣਾ ਲਿਆ? ਇਹਨਾਂ ਤੇ ਘਰ ਦਾ ਰਾਜ ਹੈ ਯਾਰ। ਸਭ ਸੂਰਤ ਤਾਂ ਰੱਬ ਦੀ ਹੈ, ਇਹ ਰੱਬ ਨੇ, ਇਹ ਰੱਬ ਨੇ। ਰੱਬ ਦਿੰਦਾ ਹੁੰਦਾ ਅੱਖਾਂ ਨੂੰ, ਉਹਦਾ ਨਿਰਾਕਾਰ ਹੈ, ਉਹ ਤਾਂ ਹਿਰਦੇ 'ਚ ਬਸਣ ਵਾਲੀ ਚੀਜ਼ ਹੈ, ਬਸੇ ਰੱਬ ਹਾਲੀ ਹੈ। ਇਹਨਾਂ ਨੇ ਅਰਥ ਕਿਵੇਂ ਕੀਤੇ? ਬੇਈਮਾਨ ਨੇ ਤਾਂ ਕੀਤੇ। ਉਹ ਕਿਤੇ ਇਹ ਪੰਜਾਬੀ ਨੂੰ ਲੋਕ ਸਮਝਣਗੇ ਨਹੀਂ। ਦਾੜੀਆਂ ਤਾਂ ਸੱਚੀਆਂ ਨੇ ਜੇ ਕੋਈ ਗੁਰਚਰਣੀ ਲੱਗਣ, ਜੇ ਗੁਰਚਰਣੀ ਨਹੀਂ ਲੱਗਦੀਆਂ ਸੱਚੀਆਂ ਨਹੀਂ ਹੁੰਦੀਆਂ, ਝੂਠੀਆਂ ਦਾੜੀਆਂ ਨੇ। ਫਿਰ ਕੀ ਕਹਿਣਗੇ? ਗੁਰਬਾਣੀ ਕਹਿੰਦੀ ਹੈ ਜੇ ਗੁਰਚਰਣੀ ਨਹੀਂ ਲੱਗੀਆਂ, ਜੇ ਗੁਰੂ ਵਾਲੇ ਕੋਲ ਧਾਰਨ ਨਹੀਂ ਕੀਤੇ, ਫਿਰ ਝੂਠੀਆਂ ਦਾੜੀਆਂ ਨੇ। ਉਹ ਦਰਗਾਹ 'ਚ ਨਹੀਂ ਪ੍ਰਵਾਨ ਹਨ, ਉਹ ਦਾੜੀਆਂ, ਦਾੜੀਆਂ ਵਾਲੀ ਸਿੱਖੀ ਦਰਗਾਹ 'ਚ ਨਹੀਂ ਪ੍ਰਵਾਨ। ਤੇ ਇਹਨੂੰ ਕੋਈ ਲੋਕ ਪਿੰਡ ਵਾਲੇ ਸਮਝਣਗੇ ਨਹੀਂ ਮੈਂ ਕੀ ਕਹਿਤਾ। ਇਹ ਤਾਂ ਅਨਪੜ੍ਹ ਆਦਮੀ ਸਮਝ ਲੂਗਾ। ਇਹਨਾਂ ਦੇ ਪ੍ਰਚਾਰਕ ਕਿਵੇਂ ਦਾੜੀ ਦੀ ਗੱਲ ਕਰ ਲੈਣਗੇ? ਇੰਨੇ ਸਵਾਲ ਖੜੇ ਹੋ ਜਾ ਕਰਨਗੇ। ਕਿਸੇ ਨੇ ਪ੍ਰਚਾਰਕਾਂ ਨੂੰ ਤੇ ਚੜ੍ਹਨਾ ਨਹੀਂ, ਸਟੇਜ ਦੇ ਉੱਤੇ ਘੇਰ ਕੇ ਖੜ ਜਾ ਕਰਨਗੇ ਅਗਲੇ। ਕੀ ਪਤਾ ਇਹ ਪੋਜ਼ਿਟਿਵ ਹੈ? ਹੁਣ ਆਪਾਂ ਐਵੇਂ ਕਹਿ ਦਈਏ, ਕੀ ਪਤਾ ਪ੍ਰਚਾਰਕਾਂ ਤੋਂ ਖੜਾ ਛਡਾਉਂਦੇ ਹੁਣ। ਇਹਨਾਂ ਵਿੱਚ ਕੁਛ ਆਦਮੀ ਹੋਣ, ਉਹ ਚਾਹੁੰਦੇ ਹੁਣ ਪ੍ਰਚਾਰ ਹੋਵੇ, ਕੁਛ ਆਦਮੀ ਨਾ ਚਾਹੁੰਦੇ ਹੋਣ। ਅਸੀਂ ਕਿਵੇਂ ਕਹਿ ਸਕਦੇ ਹਾਂ ਸਾਰੀ ਉਹ ਨੇ? ਜਿਹੜੇ ਆਏ ਸੀ ਉੱਥੇ ਆਪਣੇ ਮੁਕਤਸਰ ਸਾਹਿਬ, ਉੱਥੇ ਸ਼ਹੀਦ ਹੋਏ ਨੇ, ਉਹ ਕਹਿੰਦੇ 40 ਆਏ ਤੇ ਆਏ ਤਾਂ ਬਹੁਤ ਸੀ ਕਿ ਬਾਕੀ ਮੁੜ ਗਏ, 40 ਨਿਕਲੇ ਆਏ। 40 ਰਹੇ ਸੀ ਉੱਥੇ ਗੁਰੂ ਵਾਲੇ, ਸ਼ਹੀਦ ਹੋ ਗਏ। ਉਹ 40 ਉਹ ਨਿਕਲੇ, ਹੁਣ ਉਹਨੇ % ਨਿਕਲੇ, ਹੁਣ ਉਹਨੇ ਹੀ ਬਹੁਤ ਨੇ ਸਾਨੂੰ। ਸਾਰਿਆਂ ਤੇ ਅਸੀਂ ਕਿਵੇਂ ਸ਼ੱਕ ਕਰ ਲਾਂਗੇ? ਸਾਰੀ ਇਹੋ ਜਿਹੇ ਨੇ ਇਹ ਸਾਡੀਆਂ ਨਿਰਮੂਲ ਨੇ ਕਈ ਗੱਲਾਂ। ਹੋ ਸਕਦਾ
ਇਹਨਾਂ ਚੋਂ 90% ਆ ਜਾਣ, 10% ਰਹਿ ਜਾਣ ਪਿੱਛੇ, ਅਸੀਂ ਕਿਵੇਂ ਕਹਿ ਸਕਦੇ ਨਹੀਂ ਆਉਣਗੇ? ਇਹ ਗੁਰੂ ਵਾਲੇ ਨਹੀਂ ਹਨ। ਜਿਹੜੇ ਹੁਣ ਨਹੀਂ ਆਉਣਗੇ ਉਹ ਗੁਰੂ ਵਾਲੇ ਨਹੀਂ, ਉਹਨਾਂ ਨੂੰ ਅਸੀਂ ਮੰਨਾਂਗੇ। ਇਸ ਵਕਤ ਅਸੀਂ ਨਹੀਂ ਕਹਿ ਸਕਦੇ ਵੀ ਇਹਨਾਂ ਦੇ ਦਿਲ 'ਚ ਕੋਈ ਮਾੜੀ ਗੱਲ ਹੈ। ਉਹ ਪਤਾ ਲੱਗੂਗਾ ਬਾਅਦ 'ਚ।